ਬਿਰਸਾ ਹਾਂਦੈ ਸਾਹੋ, ਜਿਸ ਪਾਸ ਬੈਠਿਆਂ ਸਭਨਾਂ ਦਾ ਵਿਸਾ। ਤੇਰੇ ਕਵਨ ਕਵਨ ਗੁਣ ਕਹਿ ਕਹਿ ਗਾਵਾਂ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਬਰਨ ਨ ਸਾਕੂੰ, ਤੂੰ ਠਾਕੁਰ ਊਚ ਭਗਵਾਨਾ। ਏਕ ਓੰਕਾਰ ਸਤਿਗੁਰ ਤੇਹ ਪ੍ਰਸਾਦ ਸਚ ਹੋ। ਵਾਹਿਗੁਰੂ ਜੀ ਕੀ ਵਿਘਨ ਵਿਨਾਸ਼ਨ। ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਜਥਾ ਜੋਗ ਦੈ ਦੈ ਸਿਰ ਪਾਉ, ਪੁਰਹਿ ਕਾਮਨਾ ਭਏ ਬਿਦਾਉ। ਹੋਏ ਨਿਹਾਲ ਸੁਜਿ ਕੋ ਕਰਤੇ, ਦੂਣ ਚੌਣ ਭਾਉ ਕੋ ਧਰਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ। ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦਾ ਇਤਿਹਾਸ ਆਪਾਂ ਸਰਵਣ ਕਰ ਰਹੇ ਹਾਂ। ਸਤਿਗੁਰੂ ਜੀ ਅਨੰਦਪੁਰ ਸਾਹਿਬ ਦੀ ਧਰਤੀ 'ਤੇ ਬਿਰਾਜੇ ਹੋਏ। ਬੇਅੰਤ ਸੰਗਤਾਂ ਦਰਸ਼ਨ ਕਰਨ ਆ ਰਹੀਆਂ। ਸਤਿਗੁਰਾਂ ਦੇ ਜਨਮ ਸਥਾਨ ਤੋਂ ਇੱਕ ਮਾਲੀ ਆਇਆ। ਮਹਾਰਾਜ ਦੇ ਦਰਸ਼ਨ ਕੀਤੇ। ਬੇਨਤੀ ਕਰਦਾ, ਮਹਾਰਾਜ ਮੈਂ ਇੱਕ ਮਾਲੀ ਹਾਂ। ਜਦੋਂ ਇਹ ਬੇਨਤੀ ਕੀਤੀ ਤੇ ਮਹਾਰਾਜ ਨੇ ਉਸ ਮਾਲੀ ਦੇ ਵੱਲ ਵੇਖਿਆ। ਵੇਖ ਕੇ ਮਹਾਰਾਜ ਜੀ ਕਹਿਣ ਲੱਗੇ, ਸਾਡੇ ਵਾਸਤੇ ਕੀ ਲੈ ਕੇ ਆਂਦਾ ਹੈ? ਜਦੋਂ ਇਹ ਬਚਨ ਮਹਾਰਾਜ ਨੇ ਪੁੱਛਿਆ ਤੇ ਉਸ ਮਾਲੀ ਨੇ ਇੱਕ ਪੌਦਾ ਜੋ ਸਤਿਗੁਰਾਂ ਨੂੰ ਭੇਟ ਕਰਨ ਵਾਸਤੇ ਨਾਲ ਲੈ ਕੇ ਆਇਆ ਹੈ। ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਵਾਸਤੇ ਇਹ ਪੌਦਾ ਇੱਕ ਮੈਂ ਲੈ ਕੇ ਆਇਆ। ਮਹਾਰਾਜ ਜੀਆਂ ਨੇ ਆਪਣਾ ਤੀਰ ਕਮਾਨ ਚੱਕਿਆ ਤੇ ਇੱਕ ਤੀਰ ਚਲਾਇਆ। ਕਹਿਣ ਲੱਗੇ, ਜਿੱਥੇ ਸਾਡਾ ਤੀਰ ਡਿੱਗਿਆ ਉੱਥੇ ਜਾ ਕੇ ਇਹ ਪੌਦਾ ਲਗਾ ਦਿਓ। ਮਾਲੀ ਕੁਝ ਸਿੱਖਾਂ ਨੂੰ ਨਾਲ ਲੈ ਕੇ ਉਸ ਜਗ੍ਹਾ ਨੂੰ ਲੱਭਿਆ ਗਿਆ ਹੈ। ਲੱਭ ਕੇ ਉੱਥੇ ਪੌਦਾ ਲਗਾਇਆ ਹੈ। ਇਤਿਹਾਸ ਆਪਾਂ ਪਿੱਛੇ ਸਰਵਣ ਕਰਿਆ ਹੈ। ਜਿਵੇਂ ਅੱਗੇ ਮਹਾਰਾਜ ਕਿਰਪਾ ਕਰਦੇ ਆਓ ਸਰਵਣ ਕਰੀਏ। ਮਿਲ ਕੇ ਆਖੀਏ, ਸਤਿਨਾਮ ਸ੍ਰੀ ਵਾਹਿਗੁਰੂ ਜੀ। ਜਥਾ ਜੋਗ ਦੈ ਦੈ ਸਿਰ ਪਾਉ। ਫਿਰ ਇਹ ਸੰਗਤਾਂ ਮਹਾਰਾਜ ਦੇ ਅੱਗੇ ਬੇਨਤੀ ਕਰਕੇ, ਸਤਿਗੁਰੂ ਆਗਿਆ ਦਿਓ, ਅਸੀਂ ਆਪੋ ਆਪਣੇ ਘਰ ਨੂੰ ਨਗਰਾਂ ਨੂੰ ਜਾਣਾ ਕਰੀਏ। ਸਿਰੋਂ ਪਾਓ ਲੈ ਕੇ, ਵਿਦਾਇਗੀ ਲੈ ਕੇ ਆਪੋ ਆਪਣੇ ਨਗਰਾਂ ਨੂੰ ਚੱਲੇ ਹਨ। ਭਏ ਕਾਮਨਾ ਪੁਰੈ ਬਿਦਾਉ। ਅਤੇ ਆਪੋ ਆਪਣੀਆਂ ਕਾਮਨਾ ਜਿਹੜੀਆਂ ਸਨ ਉਹ ਪੂਰੀਆਂ ਕੀਤੀਆਂ ਸਤਿਗੁਰਾਂ ਦੇ ਦਰਸ਼ਨ ਕਰਕੇ। ਤੇ ਫਿਰ ਮਹਾਰਾਜ ਜੀ ਦੇ ਕੋਲੋਂ ਵਿਦਾਇਗੀ ਲੈ ਕੇ ਹੁਕਮ ਲੈ ਕੇ ਚੱਲੇ ਹਨ। ਹੋਏ ਨਿਹਾਲ ਸੁਜਿ ਕੋ ਕਰਤੇ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦਾ ਇਹ ਜਸ ਕਰਦੇ ਜਾਂਦੇ, ਵਡਿਆਈ ਕਰਦੇ ਜਾਂਦੇ। ਰਸਤੇ ਵਿੱਚ ਮਹਾਰਾਜ ਦੀ ਸਿਫਤ ਸਲਾਹ ਕਰਦੇ ਹਨ। ਦੂਣ ਚੌਣ ਭਾਉ ਕੋ ਧਰਤੇ। ਤੇ ਦੂਣੀ ਚੌਣੀ ਭਾਵਨਾ ਇਹਨਾਂ ਦੇ ਵਿੱਚ ਹੈ। ਜਿੰਨੀ ਕੋਈ ਭਾਵਨਾ ਲੈ ਕੇ ਆਇਆ ਹੈ, ਸਤਿਗੁਰਾਂ ਦੇ ਦਰਸ਼ਨ ਕਰਕੇ ਭਾਵਨਾ ਉਸ ਤੋਂ ਵੀ ਅੱਗੇ ਵਧੀ ਹੈ। ਦੂਣੀ ਚੌਣੀ ਭਾਵਨਾ ਮਨ ਵਿੱਚ ਰੱਖਦੇ ਹਨ। ਅਧਿਕ ਆਨੰਦਤ ਸਦਨ ਸਿਧਾਰੇ। ਬੜੇ ਆਨੰਦ ਦੇ ਸਮੇਤ ਹੋ ਕੇ ਇਹ ਆਪੋ ਆਪਣੇ ਘਰ ਨੂੰ ਜਾ ਰਹੇ ਹਨ। ਜਹ ਕਹਿ ਗੁਰੂ ਬਿਰਤੰਤ ਉਚਾਰੇ। ਜਦੋਂ ਗਏ ਨਾ ਆਪੋ ਆਪਣੇ ਨਗਰਾਂ ਦੇ ਵਿੱਚ, ਉੱਥੇ ਜਾ ਕੇ ਮਹਾਰਾਜ ਦੇ ਜਸ ਦਾ ਵਰਣਨ ਕਰਦੇ, ਸਿਫਤ ਕਰਦੇ ਮਹਾਰਾਜ ਜੀਆਂ ਦੀ ਵੀ। ਸਤਿਗੁਰੂ ਐਸੇ
ਬੜੇ ਭਾਰੀ ਕਿਰਪਾ ਕਰਨ ਵਾਲੇ ਹਨ। ਰਾਖੈ ਪੈਜ ਹਿੰਦੂਨ ਕੇਰੀ। ਸਤਿਗੁਰੂ ਜੀ ਆਪਣੇ ਭਗਤਾਂ ਦੀ, ਸਿੱਖਾਂ ਦੀ ਜਿਹੜਾ ਸ਼ਰਨ ਵਿੱਚ ਆਉਂਦਾ ਹੈ ਉਹਦੀ ਪੈਜ ਇੱਜ਼ਤ ਰੱਖਣ ਵਾਲੇ ਨੇ। ਗੁਰਮੁਖੋ ਇੱਥੇ ਧਰਮ ਦੀ ਗੱਲ ਨਹੀਂ ਹੈ ਕਿ ਇਕੱਲੇ ਹਿੰਦੂ ਧਰਮ ਦੀ ਪੈਜ ਰੱਖਣਗੇ, ਮੁਸਲਮਾਨ ਧਰਮ ਦੀ ਪੈਜ ਰੱਖਣਗੇ। ਜਿਹੜਾ ਵੀ ਗੁਰੂ ਦੀ ਸ਼ਰਨ ਵਿੱਚ ਆ ਗਿਆ, ਉਹ ਕਿਸੇ ਵੀ ਧਰਮ ਦਾ ਹੋਵੇ, ਉਹਦੀ ਮਹਾਰਾਜ ਇੱਜ਼ਤ ਰੱਖਦੇ ਨੇ। ਹਰ ਜੁਗ ਜੁਗ ਭਗਤਿਓ ਪਾਇਆ, ਪੈਜ ਰੱਖਦਾ ਆਇਆ। ਰਾਮ ਪਰ ਰਾਜੇ। ਇੱਥੇ ਮਹਾਰਾਜ ਨੇ ਇਹ ਨਹੀਂ ਕਿਹਾ ਵੀ ਫਲਾਣੇ ਧਰਮ ਦੀ ਅਸੀਂ ਇੱਜ਼ਤ ਰੱਖਦੇ ਹਾਂ। ਈਸਾਈ ਹੈ, ਬੋਧੀ ਹੈ, ਜੈਨੀ ਹੈ, ਮੁਸਲਮਾਨ ਹੈ, ਹਿੰਦੂ ਹੈ, ਧਰਮ ਕਈ ਨੇ, ਪਰ ਇੱਥੇ ਕਿਸੇ ਧਰਮ ਨੂੰ ਵਿਸ਼ੇਸ਼ ਕਰਕੇ ਨਹੀਂ ਆਖਿਆ ਵੀ ਫਲਾਣੇ ਧਰਮ ਦੀ ਰੱਖਿਆ ਵਿਅਕਤੀ ਦੀ ਹੋਵੇਗੀ, ਦੂਜੇ ਦੀ ਨਹੀਂ। ਭਗਤ ਕੋਈ ਵੀ ਹੈ, ਕਿਸੇ ਵੀ ਜਾਤੀ ਦੇ ਨਾਲ ਹੈ, ਕਿਸੇ ਵੀ ਧਰਮ ਦੇ ਵਿੱਚ ਹੈ, ਜਿਹੜਾ ਸ਼ਰਨ ਆ ਜਾਂਦਾ ਹੈ ਨਾ, ਉਹਦੀ ਰੱਖਿਆ ਹੁੰਦੀ ਹੈ। ਤੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖਵਾਉਣ ਵਾਲੇ ਜਿਹੜੇ 15 ਭਗਤ ਨੇ, ਉਹ ਸਾਰੇ ਹਿੰਦੂ ਨਹੀਂ ਤੇ ਨਾ ਹੀ ਉਹ ਸਾਰੇ ਮੁਸਲਮਾਨ ਨੇ। ਪਰ ਜਿਹੜਾ ਸ਼ਰਨ ਵਿੱਚ ਆਇਆ, ਜਿਹੜਾ ਪ੍ਰਵਾਨ ਹੋਇਆ, ਉਹਦੀ ਬਾਣੀ ਦਰਜ ਹੋਈ ਹੈ, ਧਰਮ ਭਾਵੇਂ ਕੋਈ ਵੀ ਹੋਵੇ। ਇਹ ਸੰਗਤਾਂ ਜਸ ਕਰਦੀਆਂ ਵੀ ਮਹਾਰਾਜ ਸਾਹਿਬ ਜੀ ਜਿਹੜਾ ਸ਼ਰਨ ਵਿੱਚ ਆਉਂਦਾ ਉਹਦੀ ਇੱਜ਼ਤ ਰੱਖਦੇ ਹਨ। ਤੁਰਕ ਰਾਜ ਕੀ ਜਰਾਂ ਉਖੇਰੀ। ਤੇ ਦੂਜੀ ਗੱਲ ਇਹ ਹੈ, ਮਹਾਰਾਜ ਦਾ ਕਿਸੇ ਰਾਜ ਨਾਲ ਕੋਈ ਵੈਰ ਨਹੀਂ ਹੈ। ਜਿਹੜਾ ਕਿਸੇ ਤੇ ਜ਼ੁਲਮ ਕਰਦਾ, ਪਾਪ ਕਰਦਾ, ਉਹਦੇ ਨਾਲ ਵੈਰ ਹੈ। ਵੈਰ ਉਹਦੇ ਨਾਲ ਹੈ ਜਿਹੜਾ ਜ਼ੁਲਮ ਕਰਦਾ। ਜ਼ਾਲਮ ਦੇ ਨਾਲ ਵੈਰ ਹੈ, ਉਹ ਕਿਹੜੇ ਧਰਮ ਨਾਲ ਸੰਬੰਧ ਰੱਖਦਾ, ਇਹਦੇ ਨਾਲ ਵੀ ਕੋਈ ਮਤਲਬ ਨਹੀਂ ਹੈ। ਜਿਹੜੇ ਵੈਰ ਕਰਦੇ ਨੇ ਉਹਨਾਂ ਦੀ ਮਹਾਰਾਜ ਨਾਸ਼ ਕਰਨ ਦੀ ਸਮਰੱਥਾ ਰੱਖਦੇ ਹਨ। ਕਠਨ ਅਦਕ ਤਪ ਤਨ ਮਹਿ ਧਾਰਿਓ। ਤੇ ਸਤਿਗੁਰੂ ਪਾਤਸ਼ਾਹ ਜੀਆਂ ਦਾ ਇਹ ਤਨ ਜਿਹੜਾ ਨਾ, ਮੰਨ ਲਓ ਤਪ ਦੀ ਮੂਰਤ ਹੈ। ਇੰਨਾ ਲੰਮਾ ਸਮਾਂ ਤਪ ਮਹਾਰਾਜ ਬੈਠੇ ਨੇ ਹੇਮਕੁੰਡ ਸਾਹਿਬ ਦੀ ਪਵਿੱਤਰ ਧਰਤੀ ਤੇ। ਇਹ ਬਿਦ ਕਰਤ ਤਪੱਸਿਆ ਭਇਓ, ਦੁਇ ਤੇ ਏਕ ਰੂਪ ਹੋਏ ਗਇਓ। ਇਹ ਆਪ ਲਿਖਿਆ ਉਹਨਾਂ ਨੇ ਆਪਣੇ ਬਚਨਾਂ ਵਿੱਚ। ਇੰਨੀ ਭਾਰੀ ਤਪੱਸਿਆ ਕੀਤੀ ਹੈ ਕਿ 2 ਰੂਪ ਤੋਂ 1 ਰੂਪ ਹੋ ਗਏ। ਜੀਵ ਤੇ ਈਸ, ਵਿਅਕਤੀ ਤੇ ਪ੍ਰਮਾਤਮਾ, ਇਹ ਜਿਹੜੇ 2 ਰੂਪ ਸਨ, ਬੰਦਗੀ ਕਰਦਿਆਂ ਕਰਦਿਆਂ ਮੇਰਾ ਸਰੂਪ ਰਹਿ ਹੀ ਨਹੀਂ ਗਿਆ, ਪਰਮਾਤਮਾ ਦਾ ਰੂਪ ਬਣ ਗਿਆ। ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਕਬੀਰ ਤੂੰ ਤੂੰ ਕਰਤਾ, ਤੂੰ ਹੁਆ ਮੁਝ ਮੈਂ ਰਹਾ। ਇਹ ਅਵਸਥਾ ਬਣ ਗਈ ਹੈ, ਦੋਏ ਤੋਂ 1 ਹੋ ਗਏ। ਐਸਾ ਸਿਮਰਨ ਕੀਤਾ ਹੈ। ਨਿੰਦਰਾ ਅਸਨ ਅਲਪ ਨਿਰਧਾਰਿਓ। ਅਤੇ ਥੋੜਾ ਭੋਜਨ ਛਕਣਾ, ਥੋੜੀ ਨਿੰਦਰਾ ਲੈਣੀ, ਥੋੜਾ ਸੌਣਾ ਖਾਵਣਾ, ਇਹ ਮਹਾਰਾਜ ਜੀ ਦੇ ਬਚਨ ਨੇ ਕਿ ਗੁਰੂ ਕਾ ਜਿਹੜਾ ਸਿੱਖ ਹੈ ਪ੍ਰਾਪਤੀ ਵਾਲਾ, ਜਿਨ੍ਹਾਂ ਨੂੰ ਸੱਚੇ ਨਾਮ ਦੀ ਭੁੱਖ ਲੱਗੀ ਹੈ, ਉਹ ਭੋਜਨ ਵੀ ਮਰਿਆਦਾ ਦੇ ਮੁਤਾਬਕ ਅਤੇ ਇਸੇ ਤਰ੍ਹਾਂ ਨਿੰਦਰਾ ਵੀ ਮਰਿਆਦਾ ਦੇ ਮੁਤਾਬਕ ਪ੍ਰਾਪਤ ਕਰਦੇ। ਬਹੁਤਾ ਸਮਾਂ ਬੰਦਗੀ ਵਿੱਚ ਬਤੀਤ ਕਰਦੇ। ਬਹੁਤਾ ਲੰਮਾ ਸਮਾਂ ਸੌਣ ਵਾਲਾ ਜਾਂ ਬਹੁਤਾ ਖਾਣ ਵਾਲਾ, ਉਹਦੇ ਬਾਬਤ ਬਚਨ ਹੈ, ਪੇਟ ਭਰੇ ਪਸ਼ੂ ਆ ਜਿਉਂ ਸੋਇਓ। ਪਸ਼ੂ ਦਾ ਕੰਮ ਹੁੰਦਾ ਬਹੁਤਾ ਖਾਣਾ, ਪੇਟ ਭਰ ਕੇ ਜ਼ਿਆਦਾ ਖਾਣਾ ਅਤੇ ਫਿਰ ਲੰਮਾ ਸਮਾਂ ਸੁੱਤੇ ਰਹਿਣਾ। ਕਰਤੂਤ ਪਸ਼ੂ ਕੀ, ਇਹ ਬਚਨ ਨੇ ਮਹਾਰਾਜ ਦੇ। ਜੇ ਤੂੰ ਵੀ ਪਸ਼ੂ ਦੇ ਵਾਂਗੂ ਬਹੁਤਾ ਖਾ ਕੇ ਸੁੱਤਾ ਰਹਿਣਾ, ਫਿਰ ਪਸ਼ੂ ਵਿੱਚ ਤੇਰੇ ਵਿੱਚ ਫਰਕ ਨਹੀਂ ਹੈ। ਪਰ ਜਿਹੜੇ ਗੁਰਮੁਖ ਬਣੇ ਨੇ, ਉਹਨਾਂ ਨੇ ਨਿੰਦਰਾ ਨੂੰ ਵੀ ਜਿੱਤਿਆ ਹੋਇਆ, ਉਹਨਾਂ ਨੇ ਭੁੱਖ ਨੂੰ ਵੀ ਜਿੱਤਿਆ ਹੋਇਆ। ਥੋੜਾ ਸੌਂਦੇ, ਥੋੜਾ ਖਾਂਦੇ ਹਨ। ਬ੍ਰਹਮ ਪੁੱਤਰ ਲਗੇ ਹੀ ਪ੍ਰਸੰਗ। ਬ੍ਰਹਮਪੁੱਤਰਾ ਜਿਹੜੀ ਨਦੀ ਹੈ, ਉੱਥੋਂ ਤੱਕ, ਕਹਿਣ ਤੋਂ ਭਾਵ ਕਿ ਬੰਗਾਲ ਦੀ ਖਾੜੀ ਤੱਕ ਮਹਾਰਾਜ ਦੀ ਇਹ ਸਿਫਤ ਸੁਣੀ ਜਾਂਦੀ ਹੈ। ਸਾਰੇ ਦੇਸ਼ਾਂ ਦੇ ਵਿੱਚ ਐਸੀ ਮਹਿਮਾ ਹੈ। ਉਚਰਤ ਗਮਨੇ ਲੋਕ ਨਿਸੰਗਾ। ਤੇ ਕਹਿਣ ਲੱਗੇ ਵੀ ਲੋਕ ਜਿਹੜੇ ਨੇ ਐਸੀ ਸਿਫਤ ਕਰਦਿਆਂ ਹੋਇਆਂ ਆਪੋ ਆਪਣੇ ਘਰ ਨੂੰ ਤੁਰੇ ਜਾਂਦੇ ਕਿ ਮਹਾਰਾਜ ਵਰਗਾ ਐਸਾ ਸੂਰਮਾ ਔਰ ਮਹਾਰਾਜ ਵਰਗਾ ਇਹੋ ਜਿਹਾ ਪਰਉਪਕਾਰੀ ਨਹੀਂ ਹੈ ਕੋਈ ਦੁਨੀਆ ਦੇ ਵਿੱਚ। ਐਸੀ ਸਿਫਤ ਮਹਾਰਾਜ ਜੀ ਦੀ ਸਾਰੇ ਥਾਵਾਂ ਤੇ ਹੁੰਦੀ ਹੈ। ਦੋਹਰਾ ਮੰਤਰ ਪੜਤ ਕਰਤੇ ਹਮਨ ਕਰਤ ਧਿਆਨ ਦਿਨ ਰਹਿਣ। ਸਤਿਗੁਰੂ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਸ ਤਰ੍ਹਾਂ ਇਹ ਪੰਡਤ ਜਿਹੜਾ ਨਾ ਕੇਸੋ ਦਾਸ ਗੁਰਮੁਖੋ, ਇਹ ਜੱਗ ਕਰਾਉਂਦਾ ਪਿਆ, ਹਵਨ ਕਰਾਉਂਦਾ ਪਿਆ, ਦਿਨੇ ਰਾਤ ਮੰਤਰ ਪੜ੍ਹਦਾ ਹੈ। 5 ਮਹੀਨੇ ਹੋ ਗਏ ਪੰਡਤ ਨੂੰ ਇਹ ਕਿਰਿਆ ਕਰਦਿਆਂ।
ਮੰਤਰ ਪੜ੍ਹਦਿਆਂ 5 ਮਹੀਨੇ ਲੰਘ ਗਏ ਹਨ। ਕਰਨ ਪ੍ਰਸ਼ੰਸਾ ਗੁਣ ਕਥਨ ਕਹਾ ਹੈ ਸੁਨੈ ਨਹਿ ਬੈਨ। ਸੋ ਕਹਿਣ ਲੱਗੇ ਕਰਨ ਪ੍ਰਸ਼ੰਸਾ, ਇਹ ਜਿਹੜੇ ਪੰਡਤ ਨੇ ਜੱਗ ਕਰਨ ਵਾਲੇ ਉੱਥੇ ਪ੍ਰਸ਼ੰਸਾ ਕਰਦੇ ਪਏ, ਦੇਵੀ ਦੀ ਉਸਤਤ ਕਰਦੇ ਪਏ, ਉਹਦੇ ਗੁਣਾਂ ਦਾ ਕਥਨ ਕਰਦੇ ਨੇ, ਪਰ ਹੋਰ ਕਿਸੇ ਦੂਜੇ ਬੰਦੇ ਦੀ ਗੱਲ ਕਹਿੰਦੇ ਤੇ ਨਾ ਸੁਣਦੇ। ਹੋਰ ਦੁਨਿਆਵੀ ਬੰਦਿਆਂ ਦੀ ਗੱਲ ਨਹੀਂ ਹੋ ਰਹੀ ਹੈ, ਕੇਵਲ ਦੇਵੀ ਦੀ ਪ੍ਰਸ਼ੰਸਾ ਕਰਕੇ ਮੰਤਰ ਪੜ੍ਹੇ ਜਾ ਰਹੇ ਹਨ। ਕਰਤ ਸੋ ਵਿਦ ਪ੍ਰਯੋਗ ਗੁਰ ਪੂਰੇ। ਇਸ ਤਰ੍ਹਾਂ ਕਹਿਣ ਲੱਗੇ ਵੀ ਇਹ ਜਿਹੜਾ ਪੰਡਤ ਹੈ ਨਾ, ਪੂਰੀ ਵਿਧੀ ਦੇ ਨਾਲ ਇਸ ਜੱਗ ਨੂੰ ਕਰਵਾਉਂਦਾ ਹੈ। ਸਰਬ ਪ੍ਰਕਾਰ ਤਪੇ ਤਪਰੂਰੇ। ਤੇ ਚੰਗੇ ਤਰੀਕੇ ਦੇ ਨਾਲ ਬੜੇ ਸੋਹਣੇ ਤਪ ਜਿਹੜੇ ਨੇ ਉਹ ਤਾਏ ਜਾ ਰਹੇ ਹਨ। ਬੀਤ ਗਏ 9 ਮਾਸ ਕਰਨ ਤੇ। ਗੁਰਮੁਖੋ 9 ਮਹੀਨੇ ਲੰਘ ਗਏ। ਪਹਿਲਾਂ ਆਪਾਂ 5 ਮਹੀਨਿਆਂ ਦੀ ਇਹ ਵਿਚਾਰ ਸੁਣੀ ਹੈ ਨਾ, ਵੀ 5 ਮਹੀਨੇ ਹੋ ਗਏ। ਦਿਨ ਪ੍ਰਤੀ ਦਿਨ ਕਰਦਿਆਂ ਅੱਜ 9 ਮਹੀਨੇ ਦਾ ਸਮਾਂ ਲੰਘਿਆ। ਕੇਸੋ ਦਾਸ ਪੰਡਤ ਲਗਾਤਾਰ ਹਮਨ ਕਰਦਾ ਪਿਆ, ਪ੍ਰਾਪਤੀ ਹਾਲੇ ਕੁਝ ਨਹੀਂ ਹੋਈ ਹੈ। 9 ਮਹੀਨੇ ਦਾ ਸਮਾਂ ਲੱਗਿਆ ਹੈ। 10ਵੇਂ ਵਿਖੇ ਅਦਕ ਥਿਤਵੰਤੇ। ਕਹਿਣ ਲੱਗੇ ਵੀ 9 ਮਹੀਨੇ ਲੰਘ ਗਏ, ਹੁਣ 10ਵਾਂ ਮਹੀਨਾ ਜਿਹੜਾ ਨਾ ਉਹ ਪ੍ਰਾਪਤ ਹੋ ਗਿਆ ਹੈ। ਫਾਗਨ ਮਾਸ ਤਥਾ ਵਿਦ ਕਰੈ। ਗੁਰਮੁਖੋ ਫੱਗਣ ਦਾ ਮਹੀਨਾ ਚੱਲਦਾ ਪਿਆ। ਫੱਗਣ ਦੇ ਮਹੀਨੇ ਦੇ ਅੰਦਰ ਇਹ ਪੰਡਤ ਜਿਹੜਾ ਹੈ ਵੱਡੇ ਭਾਰੀ ਹਵਨ ਨੂੰ ਕਰਦਾ ਹੈ। ਹੋਮਤ ਚਰੂ ਮੰਤਰ ਕੋ ਰਰੈ। ਸੋ ਕਹਿਣ ਲੱਗੇ ਇਸ ਤਰ੍ਹਾਂ ਹੋਮ ਹੁੰਦਾ ਪਿਆ ਤੇ ਹੱਥ ਵਿੱਚ ਚੁਲੀ ਦੇ ਵਿੱਚ ਦਾਣੇ ਭਰ ਕੇ ਉੱਤੇ ਸੁੱਟੇ ਜਾ ਰਹੇ ਨੇ, ਅੱਗ ਦੇ ਨਾਲ ਮੰਤਰ ਪੜ੍ਹੇ ਜਾ ਰਹੇ ਹਨ। ਨਿਸ ਦਿਨ ਬਾਸ ਸੈਲ ਪਰ ਕਹਿਣ ਲੱਗੇ ਵੀ ਦਿਨੇ ਰਾਤ ਪੱਥਰ ਪਹਾੜ ਦੇ ਉੱਪਰ ਨੈਣਾ ਦੇਵੀ ਦਾ ਟਿੱਲਾ ਜਿਸ ਨੂੰ ਆਖਿਆ ਜਾਂਦਾ ਨਾ, ਨੈਣਾ ਦੇਵੀ, ਇੱਥੇ ਇੱਕ ਨੈਣਾ ਨਾਮ ਦਾ ਗੁੱਜਰ ਰਹਿੰਦਾ। ਗੁੱਜਰ ਦੀਆਂ ਗਾਵਾਂ ਚਰਦੀਆਂ ਇਸ ਜਗ੍ਹਾ ਦੇ ਉੱਪਰ, ਤਾਂ ਉਸ ਦਾ ਨਾਮ ਲੋਕਾਂ ਨੇ ਨੈਣਾ ਦੇਵੀ ਕਰਕੇ ਪ੍ਰਸਿੱਧ ਕਰ ਦਿੱਤਾ ਹੈ। ਅਸਲ ਵਿੱਚ ਇੱਥੇ ਕਿਸੇ ਦੇਵੀ ਦਾ ਕੋਈ ਮੰਦਿਰ ਨਹੀਂ ਹੈ। 10ਵੇਂ ਪਾਤਸ਼ਾਹ ਤੋਂ ਪਹਿਲਾਂ ਇੱਥੇ ਇੱਕ ਗੁੱਜਰ ਰਹਿੰਦਾ ਜਿਹਦੀਆਂ ਗਾਵਾਂ ਬੱਕਰੀਆਂ ਇੱਥੇ ਚਰਦੀਆਂ ਸਨ ਇਸ ਪਹਾੜੀ ਦੇ ਉੱਪਰ। ਤੇ ਪੰਡਤ ਨੇ ਆਖਿਆ, ਮਹਾਰਾਜ ਮੈਨੂੰ ਜੱਗ ਕਰਨ ਵਾਲੀ ਹਵਨ ਕਰਨ ਵਾਲੀ ਜਗ੍ਹਾ ਐਸੀ ਚਾਹੀਦੀ ਹੈ ਜਿੱਥੇ ਕੋਈ ਆਉਂਦਾ ਜਾਂਦਾ ਨਾ ਹੋਵੇ। ਤੇ ਫਿਰ ਉਹ ਉੱਚਾ ਪਹਾੜੀ ਦਾ ਜਿਹੜਾ ਟਿੱਲਾ ਹੈ, ਪਹਾੜ ਹੈ, ਉਹ ਚੁਣਿਆ ਗਿਆ, ਇੱਥੇ ਹਵਨ ਹੋਵੇਗਾ। ਤੇ ਬਾਅਦ ਵਿੱਚ ਦੁਨੀਆ ਨੇ ਉਹਦਾ ਨਾਮ ਮਸ਼ਹੂਰ ਕਰ ਦਿੱਤਾ, ਇਹ ਨੈਣਾ ਦੇ ਦੇਵੀ ਦੀ ਜਗ੍ਹਾ ਹੈ, ਕਿਸੇ ਦੇਵੀ ਦੀ ਜਗ੍ਹਾ ਨਹੀਂ ਹੈ। ਉੱਥੇ 10ਵੇਂ ਪਾਤਸ਼ਾਹ ਨੇ ਆਪ ਚਰਨ ਪਾਏ। ਹੈ ਤੇ ਉਹ ਗੁਰੂ ਸਥਾਨ, ਪਰ ਅਸੀਂ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਪੇਸ਼ ਕਰ ਲੈਂਦੇ ਹਾਂ ਕਿ ਉਹ ਅਸੀਂ ਸਥਾਨ ਨੂੰ ਸਾਂਭਿਆ ਨਹੀਂ ਹੈ, ਸਾਡੇ ਕੋਲੋਂ ਜਾਂਦਾ ਰਿਹਾ, ਉਹਦੇ ਤੇ ਅੱਗੇ ਕਈ ਕਹਾਣੀਆਂ ਬਣ ਗਈਆਂ। ਰੋ ਵਿਚਾਰ ਇੱਥੇ ਪਹਾੜ ਦੇ ਉੱਪਰ ਵੀ ਕਈ ਵਾਰ ਮਹਾਰਾਜ ਸੈਲ ਕਰਨ ਜਾਂਦੇ ਹਨ। ਖਾਨ ਪਾਨ ਕੋ ਸੰਜਮ ਪੈ ਤੇ ਕੇ। ਖਾਣ ਪੀਣ ਦਾ ਪੂਰਾ ਸੰਜਮ ਤੋਂ ਭਾਵ ਹੁੰਦਾ ਵੀ ਪੂਰਾ ਕੰਟਰੋਲ ਰੱਖਿਆ ਹੋਇਆ, ਵੀ ਜਿੰਨਾ ਪ੍ਰਸ਼ਾਦਾ ਛਕਣਾ ਉਹਦੇ ਤੋਂ ਘੱਟ, ਜਿੰਨੀ ਨਿੰਦਰਾ ਲੈਣੀ ਆ ਉਹਦੇ ਤੋਂ ਵੀ ਘੱਟ, ਐ ਪੂਰੀ ਮਰਿਆਦਾ ਹੈ। ਜਾਗਤ ਰਹਿ ਨੀਂਦ ਤਜ ਇਹ ਜਿਹੜੇ ਦੀਨੀ। ਵੱਡੇ ਵੱਡੇ ਪੰਡਤ ਨੇ ਗੁਰਮੁਖੋ ਮੰਤਰ ਪੜ੍ਹਦੇ ਰਹਿੰਦੇ, ਜਾਗਦੇ ਰਹਿੰਦੇ, ਨੀਂਦ ਸੌਂਦੇ ਨਹੀਂ ਹਨ। ਇੱਕ ਅਰਾਧਨ ਪਰ ਮਤ ਭੀਨੀ। ਇੱਕੋ ਹੀ ਇਹਨਾਂ ਦੀ ਮਤ ਹੈ ਵੀ ਬਸ ਦੇਵੀ ਪ੍ਰਗਟ ਕਰਨੀ ਹੈ, ਮੰਤਰ ਪੜ੍ਹ ਕੇ ਲੱਗੇ ਹੋਏ ਹਨ। ਉਸਤਤ ਕਰਤ ਅਨੇਕ ਪ੍ਰਕਾਰਾ। ਅਨੇਕ ਤਰ੍ਹਾਂ ਦੀ ਉਸਤਤ ਇਹ ਕਰਦੇ ਪਏ, ਵਡਿਆਈ ਕਰਦੇ ਹਨ। ਬ੍ਰਹਮ ਕਵਚ ਕੋ ਜਾਪ ਉਚਾਰਾ। ਸੋ ਕਹਿਣ ਲੱਗੇ ਬ੍ਰਹਮ ਕਵਚ ਗੁਰਮੁਖੋ ਨਾਵਾਂ ਦਾ ਮੰਤਰ ਹੈ। ਇੱਕ ਮੰਤਰ ਹੈ ਜਿਸ ਨੂੰ ਬ੍ਰਹਮ ਕਵਚ ਆਖਿਆ ਜਾਂਦਾ। ਸੋ ਇਸ ਮੰਤਰ ਨੂੰ ਉਸ ਵੇਲੇ ਪੜ੍ਹਿਆ ਜਾਂਦਾ ਹੈ। ਬ੍ਰਹਮ ਕਵਚ ਮੰਤਰਾਂ ਦਾ ਹੀ ਇੱਕ ਸੰਗ੍ਰਹਿ ਹੈ। ਉਹ ਮੰਤਰ ਜਿਹੜੇ ਪੜ੍ਹੇ ਜਾ ਰਹੇ ਹਨ। ਚੰਡੀ ਪਾਠ ਜਪੈ ਬਹੁ ਬਾਰੀ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਚੰਡੀ ਦਾ ਪਾਠ ਜਿਹੜਾ ਗ੍ਰੰਥਾਂ ਵਿੱਚ ਲਿਖਿਆ ਉਸ ਨੂੰ ਕੀਤਾ ਜਾਂਦਾ ਹੈ। ਨਾਮ ਹਜ਼ਾਰੋਂ ਕਰੈ ਉਚਾਰੀ। ਹਜ਼ਾਰਾਂ ਨਾਮ ਜਿਹੜੇ ਨੇ ਲੈ ਜਾਂਦੇ। ਭਗਵਾਨ ਕ੍ਰਿਸ਼ਨ ਜੀਆਂ ਦਾ ਇਤਿਹਾਸ ਪੜ੍ਹੀਏ ਨਾ, ਤੇ ਕਹਿਣ ਲੱਗੇ ਵੀ ਉਹ ਚੰਡੀ ਦੀ ਵਾਰ ਦਾ ਖੁਦ ਪਾਠ ਕਰਿਆ ਕਰਦੇ। ਜਿਹੜੀ ਚੰਡੀ ਦੀ ਵਾਰ 10ਵੇਂ ਪਾਤਸ਼ਾਹ ਨੇ ਲਿਖੀ ਹੈ, ਇਹਦਾ ਨਹੀਂ, ਇਹ ਤੇ ਬੜੀ ਛੋਟੀ ਹੈ, ਥੋੜੇ ਜਿਹੇ ਸ਼ਲੋਕ ਨੇ, 55 ਕੁ ਸ਼ਲੋਕ ਨੇ ਸਾਰੇ। ਪਰ ਇਹ ਜਿਹੜੀ ਚੰਡੀ ਹੋਈ ਹੈ ਸਤਯੁਗ ਦੇ ਵਿੱਚ, ਜਿਹਨੇ ਜੰਗ ਲੜਿਆ ਹੈ, ਉਸਦੀ ਉਸਤੀ ਵਿੱਚ ਜਿਹੜਾ ਪਾਠ ਲਿਖਿਆ 700 ਤੋਂ ਵੱਧ ਸ਼ਲੋਕ ਨੇ ਲਿਖੇ ਹੋਏ। ਉਹਦਾ ਰੋਜ਼ ਪਾਠ ਅੰਮ੍ਰਿਤ ਵੇਲੇ ਭਗਵਾਨ ਕ੍ਰਿਸ਼ਨ ਜੀ ਨਿਤਨੇਮ ਦੇ ਰੂਪ ਵਿੱਚ ਕਰਦੇ ਸਨ। ਸੋ ਉਸ ਪਾਠ ਨੂੰ ਕਹਿਣ ਲੱਗੇ ਵੀ ਇਹ ਪੰਡਤ ਵਾਰ-ਵਾਰ ਜਪਦੇ ਹਨ। ਛੰਦ ਅਚਕੜੇ ਗ੍ਰੰਥ ਮੰਝਾਰਾ। ਤੇ ਕਹਿਣ ਲੱਗੇ ਛੰਦ ਇਸੇ ਤਰ੍ਹਾਂ ਅਚਕੜੇ ਤੋਂ ਭਾਵ ਹੁੰਦਾ ਵੀ ਵੱਡ-ਵੱਡ ਵੱਖ-ਵੱਖ ਰੱਖਿਆ ਦੇ ਜਿਹੜੇ ਸ਼ਬਦ ਨੇ, ਕਹਿਣ ਲੱਗੇ ਉਹਨਾਂ ਨੂੰ ਇੱਥੇ ਪੜ੍ਹਿਆ ਜਾਂਦਾ ਹੈ।
ਉਹ ਗਾਏ ਜਾਂਦੇ ਹਨ। ਆਦ ਮੋਹਨੀ ਛੰਦ ਉਚਾਰਾ। ਤੇ ਕਹਿਣ ਲੱਗੇ ਵੀ ਇਸੇ ਤਰ੍ਹਾਂ ਮੋਹਣੀ ਜਿਹੜੇ ਸ਼ਬਦ ਨੇ ਉਹ ਜਪੇ ਜਾਂਦੇ ਨੇ। ਮੋਹਣੀ ਸ਼ਬਦ ਨੂੰ ਆਖਿਆ ਜਾਂਦਾ ਹੈ ਭੈਰਵੀ, ਭੈਹਰੀ, ਭੂਚਰਾ, ਭਾਵਨੀ, ਤ੍ਰਿਕੁਟਾ, ਚਰਪਟਾ, ਚਾਮੜਾ, ਮਾਨਵੀ। ਇਹ ਮੰਤਰ ਨੇ। ਇਹਨਾਂ ਮੰਤਰਾਂ ਨੂੰ ਪੜ੍ਹਿਆ ਜਾਂਦਾ ਹੈ। ਇਹ ਪੰਡਤ ਜਿਹੜਾ ਕੇਸੋ ਦਾਸ ਹੈ ਨਾ, ਇਸ ਮੰਤਰ ਨੂੰ ਪੜ੍ਹਦਾ ਪਿਆ ਹੈ। ਜੋਬਨਾ ਜੈ ਕਰੀ ਜੰਬਰੀ ਜਾਲਪਾ, ਤੋਤਲਾ ਤੁੰਦਲਾ ਦੰਤਲੀ ਕਾਲਕਾ। ਇਹ ਮੰਤਰ ਨੇ ਜਿਹੜੇ ਉਹ ਪੜ੍ਹਦਾ ਪਿਆ ਹੈ ਪੰਡਤ। ਇਹ ਹਿੰਦੂ ਧਾਰਮਿਕ ਗ੍ਰੰਥਾਂ ਵਿੱਚ ਲਿਖੇ ਨੇ। ਉਹਨਾਂ ਦਾ ਹਵਾਲਾ ਆਪਾਂ ਦੇ ਰਹੇ ਹਾਂ ਵੀ ਇਹ ਮੰਤਰ ਉਹ ਪੰਡਤ ਕੇਸੋ ਦਾਸ ਪੜ੍ਹਦਾ ਪਿਆ ਹੈ। ਜਿਵੇਂ ਹੈ ਭੈਰਵੀ, ਭੈਹਰੀ, ਭੂਚਰਾ, ਭਾਵਨੀ। ਇਹ ਮੰਤਰ ਹੈ। ਇਸ ਮੰਤਰ ਦਾ ਜਾਪ ਕਰਦਾ। ਤ੍ਰਿਕੁਟਾ, ਚਰਪਟਾ, ਚਾਮੜਾ, ਮਾਨਵੀ। ਇਸ ਮੰਤਰ ਦਾ ਜਾਪ ਕੀਤਾ ਜਾਂਦਾ ਹੈ। ਜੋਬਨਾ ਜੈ ਕਰੀ ਜੰਬਰੀ ਜਾਲਪਾ। ਇਸ ਮੰਤਰ ਨੂੰ ਵੀ ਉਹ ਜਪਦਾ ਹੈ, ਕਹਿੰਦਾ ਹੈ। ਤੋਤਲਾ ਤੁੰਦਲਾ ਦੰਤਲੀ ਕਾਲਕਾ। ਇਹ ਮੰਤਰ ਉਸ ਵੇਲੇ ਪੜ੍ਹੇ ਜਾਂਦੇ ਹਨ। ਤਿਨ ਮੈਂ ਭਨੈ ਨਾਮ ਜੇ ਬ੍ਰਿੰਦਾ। ਤੇ ਕਹਿਣ ਲੱਗੇ ਕਈ ਨਾਮ ਜਿਹੜੇ ਨੇ ਉਸ ਵੇਲੇ ਆਖੇ ਜਾਂਦੇ ਹਨ। ਗੁਰ ਕਵਿਤਾ ਮਹਿ ਬਨੇ ਬਿਲੰਦਾ। ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਦੀ ਕਵਿਤਾ ਜਿਹੜੀ ਹੈ ਉਸ ਦੇਵੀ ਦੀ ਉਸਤਤ ਵਾਲੀ ਪੜ੍ਹੀ ਜਾਂਦੀ ਹੈ। ਸੋ ਸਭ ਨਾਮ ਰਟੈ ਬਹੁ ਬਾਰੀ। ਜਿੰਨੇ ਵੀ ਨਾਮ ਦੇਵੀ ਦੇ ਕਥਨ ਕੀਤੇ ਨੇ ਸਾਰੇ ਪੜ੍ਹੇ ਜਾਂਦੇ ਹਨ। ਨਮੋ ਕਰਨ ਤਿਨ ਸੰਗ ਉਚਾਰੀ। ਤੇ ਕਹਿਣ ਲੱਗੇ ਵੀ ਨਾਲ ਨਾਲ ਨਮਸਕਾਰਾਂ ਵੀ ਕਰਦੇ। ਜਦੋਂ ਜਗ ਹੁੰਦਾ ਪਿਆ ਨਾ ਗੁਰਮੁਖੋ ਮੰਤਰ ਪੜ੍ਹੇ ਜਾਂਦੇ, ਨਾਲ ਨਾਲ ਇਹ ਪੰਡਤ ਨਮਸਕਾਰਾਂ ਵੀ ਕਰਦੇ ਹਨ। ਜਾਨੀ ਭਰੀ ਬਿਦਤ ਅਬ ਹੋਏ ਮਨ ਹੈ। ਵਿੱਚ ਸੋਚਦੇ ਨੇ ਵੀ ਹੁਣ ਇਹ ਦੇਵੀ ਪ੍ਰਗਟ ਹੋ ਜਾਵੇਗੀ। ਪ੍ਰਗਟ ਤੇ ਨਹੀਂ ਇਹਨਾਂ ਕੋਲ ਹੋਣੀ ਹੈ, ਪਰ ਇਹਨਾਂ ਦੇ ਮਨ ਦਾ ਵਿਚਾਰ ਹੈ ਵੀ ਹੁਣ ਅਸੀਂ ਆਪਣਾ ਕੰਮ ਨੇੜੇ ਲਾ ਲਿਆ ਹੈ, ਹੁਣ ਅਸੀਂ ਪ੍ਰਗਟ ਕਰ ਲਵਾਂਗੇ। ਸਫਲ ਕਰੇਗੀ ਕ੍ਰਿਤ ਸਭ ਕੋਏ ਹੈ। ਅਤੇ ਸਾਡੇ ਸਾਰੇ ਕੰਮ ਇਸ ਨੇ ਸਫਲੇ ਕਰਦੇ ਨੇ। ਜੋ ਵੀ ਸਾਡਾ ਕੰਮ ਹੈ, ਜੋ ਵੀ ਅਸੀਂ ਕਰਾਉਣਾ ਚਾਹੁੰਦੇ ਹਾਂ, ਕਿਉਂਕਿ ਮੰਤਰ ਹੁੰਦਾ ਨਾ, ਮੰਤਰ ਸਿੱਧ ਕਰ ਲਈਏ ਉਹ ਮੰਤਰ ਨਾਲ ਕਈ ਕੰਮ ਹੋ ਜਾਂਦੇ। ਤੇ ਲੋਕਾਂ ਨੇ ਕੀਤੇ ਨੇ, ਭੂਤ ਪ੍ਰੇਤ ਵਸ ਕੀਤੇ ਹੁੰਦੇ। ਜਿਹੜੇ ਲੋਕ ਆ ਚੌਂਕੀਆਂ ਭਰਦੇ ਨੇ ਤੇ ਲੋਕ ਉਹਨਾਂ ਕੋਲ ਜਾਂਦੇ ਨੇ, ਉਹ ਕੋਲ ਬਿਠਾ ਲੈਂਦੇ। ਕੋਲ ਬਿਠਾ ਕੇ ਫਿਰ ਦੱਸ ਦਿੰਦੇ ਤੇਰੇ ਘਰ ਦਾ ਦਰਵਾਜ਼ਾ ਇੱਧਰ ਨੂੰ ਹੈ, ਫਲਾਣੀ ਥਾਂ ਤੇ ਆਹ ਚੀਜ਼ ਪਈ ਹੈ, ਜਾਂ ਆਹ ਦੁੱਖ ਹੈ, ਆਹ ਸੁੱਖ ਹੈ। ਉਹ ਸਭ ਕੁਝ ਇਹ ਨਹੀਂ ਵੀ ਉਹਨਾਂ ਕੋਲ ਸ਼ਕਤੀ ਹੈ ਵੀ ਉਹ ਸ਼ਕਤੀ ਨਾਲ ਪਤਾ ਕਰਦੇ ਪਏ। ਸ਼ਕਤੀ ਨਹੀਂ ਹੈ। ਉਹਨਾਂ ਨੇ ਰਾਤ ਨੂੰ ਸਿਵਿਆਂ ਦੇ ਵਿੱਚ ਬੈਠ ਕੇ ਭੂਤ ਪ੍ਰੇਤ ਜਿਹੜੇ ਨੇ ਉਹਨਾਂ ਦਾ ਵਸ਼ੀਕਰਨ ਕੀਤਾ ਹੋਇਆ। ਤੇ ਉਹਨਾਂ ਭੂਤਾਂ ਪ੍ਰੇਤਾਂ ਕੋਲੋਂ ਕੰਮ ਲੈਂਦੇ ਨੇ, ਆਤਮਾਵਾਂ ਦੇ ਕੋਲੋਂ, ਵੀ ਤੂੰ ਮੇਰੇ ਵਸੀਕਾਰ ਹੈ, ਮੈਂ ਮੰਤਰ ਪੜ੍ਹਿਆ ਹੈ ਤੇ ਮੇਰਾ ਆਹ ਕੰਮ ਕਰ। ਤੇ ਇਹ ਜਿਹੜੀਆਂ ਛਾਇਆ ਹੁੰਦੀਆਂ ਨੇ, ਆਤਮਾਵਾਂ ਵਗੈਰਾ ਵਸ ਕੀਤੀਆਂ, ਇਹ ਹਵਾ ਦੇ ਵਿੱਚ ਚੱਲਦੀਆਂ ਨੇ। ਸਾਡੇ ਵਾਂਗੂ ਇਹਨਾਂ ਨੂੰ ਰਾਹ ਦੀ ਜਾਂ ਧਰਤੀ ਦੀ ਲੋੜ ਨਹੀਂ ਪੈਂਦੀ। ਹਵਾ ਦੇ ਵਿੱਚ, ਹਵਾ ਦੀ ਰਫ਼ਤਾਰ ਦੇ ਮੁਤਾਬਕ ਚੱਲਦੀਆਂ। ਇੱਕ ਛਿਣ ਦੇ ਵਿੱਚ ਆਪਾਂ ਇੱਥੇ ਬੈਠੇ ਹਾਂ, ਸਾਡਾ ਜਿੱਥੇ ਵੀ ਕੋਈ ਨਗਰ ਪਿੰਡ ਹੈ, ਕੋਈ 200 ਕਿਲੋਮੀਟਰ, ਕੋਈ 400 ਕਿਲੋਮੀਟਰ ਰਹਿਣ ਵਾਲਾ ਹੈ, ਇਹ ਜਿਹੜੇ ਤਾਂਤਰਿਕ ਨੇ ਇੱਕ ਛਿਣ ਦੇ ਵਿੱਚ ਉਸ ਚੀਜ਼ ਨੂੰ ਉੱਥੇ ਭੇਜ ਦਿੰਦੇ ਨੇ। ਉਹ ਸਭ ਕੁਝ ਦੱਸ ਦਿੰਦੀ ਹੈ ਵੀ ਇਹਨੂੰ ਇਹਦੇ ਘਰ ਵਿੱਚ ਇੰਨੇ ਮੈਂਬਰ ਜਾਂ ਆਹ ਵਸਤੂ ਹੈ। ਅਸੀਂ ਸੋਚਦੇ ਹਾਂ ਵੀ ਇਹ ਬਾਬਾ ਅੰਤਰਜਾਮੀ ਹੈ, ਇਹਨੇ ਦੁੱਖ ਦੱਸ ਦਿੱਤਾ ਹੈ, ਹੁਣ ਇਲਾਜ ਵੀ ਕਰੇਗਾ। ਉਹ ਅੰਤਰਜਾਮੀ ਨਹੀਂ ਹੈ। ਉਹਨੇ ਇੱਕ ਮੰਤਰ ਸਿੱਧ ਕੀਤਾ ਤੇ ਮੰਤਰ ਦੇ ਮੁਤਾਬਕ ਆਤਮਾਵਾਂ ਵਸ ਕੀਤੀਆਂ ਹੋਈਆਂ, ਉਹਨਾਂ ਤੋਂ ਕੰਮ ਲੈਂਦਾ ਪਿਆ। ਪਰ ਜਿਸ ਵੇਲੇ ਕਾਲਾ ਇਲਮ ਪੜ੍ਹਿਆ ਜਾਂਦਾ, ਜਦੋਂ ਕਾਲਾ ਇਲਮ ਸਿਖਾਇਆ ਜਾਂਦਾ, ਉਦੋਂ ਇਹ ਗੱਲ ਦੱਸੀ ਜਾਂਦੀ ਹੈ ਵੀ ਜੇ ਤੂੰ ਇਹ ਇਲਮ ਸਿੱਖਣਾ ਹੈ, ਭੂਤਾਂ ਪ੍ਰੇਤਾਂ ਨੂੰ ਵਸ ਕਰਨਾ ਹੈ, ਮਰਨ ਤੋਂ ਬਾਅਦ ਵਿੱਚ ਤੂੰ ਮੁਕਤ ਨਹੀਂ ਹੋਵੇਂਗਾ। ਕਿਉਂਕਿ ਜਿਨ੍ਹਾਂ ਤੋਂ ਜਿਉਂਦਿਆਂ ਕੰਮ ਲਿਆ ਹੈ, ਮਰਨ ਤੋਂ ਮਗਰੋਂ ਫਿਰ ਤੈਨੂੰ ਕਿਤੇ ਜਾਣ ਨਹੀਂ ਦੇਣਗੇ, ਤੈਨੂੰ ਫੜ ਲੈਣਗੇ ਵੀ ਆ ਜਾ ਤੂੰ ਵੀ ਸਾਡੇ ਵਿੱਚ ਰਲ ਜਾ ਆ ਕੇ। ਜੇ ਇਹ ਬੰਦਸ਼ ਨਾ ਹੋਵੇ ਤਾਂ ਸਾਰੀ ਦੁਨੀਆ ਹੀ ਮੰਤਰ ਸਿੱਖ ਲਵੇ। ਕਿਉਂ ਨਹੀਂ ਕੋਈ ਮੰਤਰ ਸਿੱਖਦਾ? ਕਿਉਂ ਬਹੁਤੇ ਥੋੜ੍ਹੇ ਸਿੱਖਦੇ ਨੇ? ਬਹੁਤੇ ਪ੍ਰਵਾਨ ਨਹੀਂ ਕਰਦੇ। ਮੈਂ ਮਰ ਕੇ ਕਿਉਂ ਭੂਤ ਪ੍ਰੇਤ ਬਣਾ, ਮੈਂ ਕਿਸੇ ਦੇ ਵੱਸ ਵਿੱਚ ਕਿਉਂ ਆਵਾਂ। ਪਰ ਇਹ ਜਿਹੜੇ ਤਾਂਤਰਿਕ ਨੇ ਰਾਤ ਨੂੰ ਸਿਵੇਂ ਦੇ ਵਿੱਚ ਬੈਠ ਕੇ, ਚੁਰਾਹੇ ਵਿੱਚ ਬੈਠ ਕੇ ਟੂਣਾ ਕਰਦੇ, ਮੰਤਰ ਪੜ੍ਹਦੇ, ਅੱਗ ਬਾਲਦੇ, ਕਈ ਤਰ੍ਹਾਂ ਦੀਆਂ ਧੂਣੀਆਂ ਦਿਖਾਉਂਦੇ, ਕਈ ਤਰ੍ਹਾਂ ਦੇ ਮੰਤਰ ਪੜ੍ਹਦੇ, ਫਿਰ ਜਾ ਕੇ ਉਹ ਮੰਤਰ ਸਿੱਧ ਹੁੰਦਾ ਹੈ। ਉਹਦੇ ਨਾਲ ਫਿਰ ਚੀਜ਼ਾਂ ਵੱਸ ਹੋ ਜਾਂਦੀਆਂ। ਫਿਰ ਉਹਨਾਂ ਕੋਲੋਂ ਕੰਮ ਲੈਂਦੇ ਨੇ। ਜਿਵੇਂ ਮੰਨ ਲਓ ਆਪਾਂ ਘਰ ਵਿੱਚ ਨੌਕਰ ਰੱਖ ਲਈਏ, ਨੌਕਰ ਨੂੰ ਆਖੀਏ ਵੀ ਸਫਾਈ ਕਰ, ਤੂੰ ਬਰਤਨ ਸਾਫ਼ ਕਰ, ਤੂੰ ਪੋਚਾ ਲਾ, ਜੋ ਮਰਜ਼ੀ ਕਰ, ਨੌਕਰ ਕਰੇਗਾ। ਇਸੇ ਤਰ੍ਹਾਂ ਇਹ ਲੋਕ ਉਹਨਾਂ ਨੂੰ ਵੱਸ ਕਰ ਲੈਂਦੇ, ਪਰ ਬਾਅਦ ਵਿੱਚ ਉਹਨਾਂ ਤੋਂ ਮੁਕਤ ਨਹੀਂ ਹੋਇਆ ਜਾਏਗਾ। ਉਹਨਾਂ ਕੋਲੋਂ ਕੰਮ ਲੈ ਲਿਆ, ਜਦੋਂ ਸਮਾਂ ਆਵੇਗਾ ਉਹ ਤੇਰੇ ਤੇ ਜ਼ੋਰ ਪਾ ਲੈਣਗੇ। ਰੋ ਵਿਚਾਰ ਇਹ ਮੰਤਰ ਸਿੱਧ ਕੀਤੇ ਜਾਂਦੇ ਗੁਰਮੁਖੋ, ਤੇ ਸਿੱਧ ਕੀਤੇ ਮੰਤਰਾਂ ਦੇ ਨਾਲ ਫਿਰ ਕੰਮ ਕੀਤਾ ਕਰਵਾਇਆ ਜਾਂਦਾ।
ਤਾਂ ਕਰਕੇ ਆਪਣੀ ਦਛਨਾ ਜਿਹੜੀ ਹੈ ਉਹ ਲਈ ਜਾਂਦੀ ਹੈ ਆਪਣਾ ਰੋਜੀ ਰੋਟੀ ਚਲਾਉਣ ਵਾਸਤੇ। ਪਰ ਦੂਜੀ ਗੱਲ ਇਹ ਹੈ, ਜੇ ਕੋਈ ਵਿਪਤਾ ਵਿੱਚ ਪੈ ਜਾਵੇ, ਇਹ ਉਸ ਮੰਤਰ ਨੂੰ ਦੂਜੇ ਵਾਸਤੇ ਵਰਤ ਸਕਦੇ, ਆਪਣੇ ਵਾਸਤੇ ਨਹੀਂ। ਜਿਹਨੇ ਮੰਤਰ ਸਿੱਧ ਕੀਤਾ ਉਹ ਮੰਤਰ ਨੂੰ ਆਪਣੇ ਵਾਸਤੇ ਨਹੀਂ ਵਰਤ ਪਾਏਗਾ, ਉਸ ਮੰਤਰ ਨੂੰ ਦੂਜੇ ਵਾਸਤੇ ਵਰਤਿਆ ਜਾਂਦਾ। ਕੋਈ ਚਲਾ ਗਿਆ ਵੀ ਮੈਨੂੰ ਬੁਖਾਰ ਹੈ ਜਾਂ ਮੈਨੂੰ ਆਹ ਕੋਈ ਵਿਪਤਾ ਹੈ, ਮੇਰਾ ਕੰਮ ਬਣਿਆ ਨਹੀਂ ਬਣਦਾ, ਉਹਦੇ ਵਾਸਤੇ ਮੰਤਰ ਚਲਾਉਣਗੇ, ਪਰ ਆਪ ਨਹੀਂ ਉਹ ਮੰਤਰ ਵਰਤ ਸਕਦੇ, ਆਪਣੇ ਉੱਪਰ ਉਹ ਲਾਗੂ ਨਹੀਂ ਹੁੰਦਾ। ਸੋ ਇਸੇ ਤਰ੍ਹਾਂ ਇਹ ਮੰਤਰ ਜਿਹੜੇ ਨੇ ਐਸੇ ਲੋਕ ਸਿੱਧ ਕਰਕੇ ਉਹਨਾਂ ਤੋਂ ਕੰਮ ਲੈਂਦੇ। ਅਸੀਂ ਇਹ ਸਮਝ ਜਾਂਦੇ ਹਾਂ ਵੀ ਸ਼ਾਇਦ ਇਹ ਅੰਤਰਜਾਮੀ ਹੈ। ਅੰਤਰਜਾਮੀ ਬਣਨਾ ਬੜੀ ਦੂਰ ਦੀ ਗੱਲ ਹੈ, ਉਹਦੇ ਵਾਸਤੇ ਬੜੀ ਬੰਦਗੀ ਲੱਗਦੀ ਹੈ, ਬੜਾ ਸਮਾਂ ਲੱਗਦਾ, ਗੁਰੂ ਕਿਰਪਾ ਕਰੇ ਤਾਂ। ਪਰ ਜਿਹੜੀਆਂ ਗੱਲਾਂ ਇਹ ਕਰਦੇ ਕੁਝ ਦਿਨਾਂ ਦੀਆਂ ਹੁੰਦੀਆਂ, ਕੋਈ 40 ਦਿਨ ਲਾ ਲੈਂਦਾ, ਕੋਈ ਇਸੇ ਤਰ੍ਹਾਂ ਹੋਰ ਵੱਡੇ ਦਿਨ ਕਰ ਲੈਂਦਾ। ਜਿਹੜੇ ਸਰੇਵੜੇ ਨੇ ਨਾ ਗੁਰਮੁਖੋ, ਸਰੇਵੜੇ, ਇਹ ਫੱਟੇ ਦੇ ਉੱਪਰ ਬੈਠਦੇ ਨੇ, ਲੱਕੜ ਦੇ ਫੱਟੇ 'ਤੇ ਬੈਠ ਕੇ, ਤੇ ਫਿਰ 40 ਦਿਨ ਜਾਪ ਕਰਦੇ ਫੱਟੇ 'ਤੇ ਬੈਠ ਕੇ, ਉਹਦੇ ਉੱਪਰ ਹੀ ਬੈਠੇ ਰਹਿਣਾ। 40 ਦਿਨ ਜਾਪ ਕਰਨਾ, ਆਪਣਾ ਹੀ ਮਲ ਮੂਤਰ ਖਾਣਾ, ਆਪਣੇ ਸਰੀਰ ਦੀ ਗੰਦਗੀ ਆਪੇ ਹੀ ਖਾਣੀ ਹੈ, ਨਾਲ ਮੰਤਰ ਪੜ੍ਹਨਾ। ਸਰੇਵੜੇ ਤੋਂ ਭਾਵ ਹੁੰਦਾ ਗੰਦਾ, ਗੰਦਾ ਵਿਅਕਤੀ ਜਿਹੜਾ ਗੰਦ ਖਾਣ ਵਾਲਾ, ਇਹਨਾਂ ਦੇ ਹੱਥ ਪੈਰ ਗੰਦੇ ਹੀ ਹੁੰਦੇ। ਫਿਰ ਉਹ ਇੱਕ ਸ਼ਕਤੀ ਆ ਜਾਂਦੀ ਹੈ ਵੀ 40 ਕਦਮਾਂ ਤੱਕ ਇਹਨਾਂ ਦਾ ਮੰਤਰ ਚੱਲਦਾ। 40 ਕਦਮਾਂ ਤੱਕ ਕੋਈ ਵਿਅਕਤੀ ਨੂੰ ਇਹ ਫੜ ਸਕਦੇ, ਛੱਡ ਸਕਦੇ, ਦੁੱਖ ਦੇ ਸਕਦੇ, ਸੁੱਖ ਕਸ਼ਟ ਦੇ ਸਕਦੇ। 40 ਕਦਮਾਂ ਤੋਂ ਬਾਅਦ ਉਹਦੀ ਸ਼ਕਤੀ ਚੱਲਦੀ ਨਹੀਂ ਹੈ। ਇਸ ਤਰ੍ਹਾਂ ਜਿਹੜੇ ਸਰੇਵੜੇ ਨੇ ਉਹ ਲੱਕੜ ਦੇ ਫੱਟੇ 'ਤੇ ਬੈਠ ਕੇ ਇਸ ਤਰ੍ਹਾਂ 40 ਦਿਨ ਭੁੱਖੇ ਪਿਆਸੇ ਰਹਿ ਕੇ ਆਪਣੀ ਗੰਦਗੀ ਆਪੇ ਖਾ ਕੇ ਮੰਤਰਾਂ ਨੂੰ ਪੜ੍ਹਦੇ ਨੇ। ਕੋਈ ਖੂਹ ਦੇ ਵਿੱਚ ਲਟਕ ਕੇ ਪੜ੍ਹਦਾ, ਕੋਈ ਪਿੱਪਲ ਦੇ ਥੱਲੇ ਬੈਠ ਕੇ ਪੜ੍ਹਦਾ, ਕੋਈ ਦੀਵਾ ਜਗਾ ਲੈਂਦਾ, ਕੋਈ ਸਿਵੇਂ ਦੇ ਵਿੱਚ ਬੈਠਦਾ, ਕੋਈ ਚੁਰਾਹੇ ਵਿੱਚ ਬੈਠਦਾ। ਇਹ ਵੱਖ-ਵੱਖ ਵਿਧੀਆਂ ਨੇ ਉਹ ਮੰਤਰ ਪੜ੍ਹਨ ਵਾਲਿਆਂ ਦੀਆਂ ਔਰ ਸਿੱਧ ਕਰਨ ਵਾਲਿਆਂ ਦੀਆਂ। ਅੱਖ ਵਿੱਚ ਘੱਟਾ, ਮੂੰਹ ਵਿੱਚ ਡੱਕਾ, ਬੋਲ ਨਾ ਸਕੈ, ਬਿੜ-ਬਿੜ ਤੱਕੈ, ਇਹ ਮੰਤਰ ਨੇ ਸਿੱਧ ਕੀਤੇ ਹੁੰਦੇ। ਉਹ ਮੰਤਰ ਜਦੋਂ ਸਿੱਧ ਕਰ ਲੈਂਦੇ, ਅੱਖ ਵਿੱਚ ਘੱਟਾ, ਜਦੋਂ ਕਿਸੇ ਦੇ ਸਾਹਮਣੇ ਜਾਂਦੇ, ਵੇਖਦਿਆਂ ਹੋਇਆਂ ਵੀ ਉਹਨੂੰ ਚੀਜ਼ ਉਹ ਦਿਸਦੀ ਨਹੀਂ ਹੈ, ਮੰਤਰ ਦੇ ਨਾਲ ਉਹਦੀਆਂ ਅੱਖਾਂ ਬੰਨ੍ਹ ਲਈਆਂ ਜਾਂਦੀਆਂ। ਅੱਖ ਵਿੱਚ ਘੱਟਾ, ਮੂੰਹ ਵਿੱਚ ਡੱਕਾ। ਸਾਡੇ ਮੂੰਹ ਵਿੱਚ ਤੀਲਾ ਹੋਵੇ ਤੇ ਅਸੀਂ ਬੋਲ ਨਹੀਂ ਸਕਦੇ, ਬੋਲਾਂਗੇ ਤੇ ਕਿਸੇ ਨੂੰ ਸਮਝ ਨਹੀਂ ਆਏਗੀ। ਮੰਤਰ ਸਿੱਧ ਕੀਤਾ ਜਾਂਦਾ ਵੀ ਕੋਈ ਬੰਦਾ ਮੇਰੇ ਸਾਹਮਣੇ ਬੋਲ ਨਾ ਸਕੇ, ਗੂੰਗਾ ਹੀ ਹੋ ਜਾਵੇ। ਅੱਖ ਵਿੱਚ ਘੱਟਾ, ਮੂੰਹ ਵਿੱਚ ਡੱਕਾ, ਬੋਲ ਨਾ ਸਕੈ, ਬਿੜ-ਬਿੜ ਤੱਕੈ, ਵੇਖੀ ਜਾਵੇ ਡਰਾਉਣਿਆਂ ਦੇ ਵਾਂਗ ਮੂੰਹ ਦੇ ਵੱਲ, ਨਾ ਬੋਲ ਸਕੇ, ਨਾ ਕਹਿ ਸਕੇ, ਨਾ ਸਲਾਹ ਦੇ ਸਕੇ। ਐਸੇ ਮੰਤਰ ਨੇ, ਇਹ ਮੰਤਰਾਂ ਦਾ ਜਾਪ ਹੈ। ਫਿਰ ਸਿੱਧ ਕਰ ਲੈਂਦੇ ਕਿ ਵਿਅਕਤੀ ਸਭ ਕੁਝ ਪਤਾ ਹੁੰਦਿਆਂ ਵੀ ਕਈ ਵਾਰੀ ਬੋਲ ਨਹੀਂ ਪਾਉਂਦਾ, ਚੁੱਪ ਕਰ ਜਾਂਦਾ, ਜਾਂ ਪਤਾ ਹੀ ਨਹੀਂ ਲੱਗਦਾ, ਆਖਦਾ ਮੈਨੂੰ ਤਾਂ ਪਤਾ ਹੀ ਨਹੀਂ ਲੱਗਾ ਕੀ ਗੱਲ ਹੋਈ ਹੈ। ਇਹ ਉਹਨਾਂ ਮੰਤਰਾਂ ਦਾ ਬਲ ਹੁੰਦਾ, ਉਸ ਮੰਤਰ ਦੇ ਨਾਲ ਉਨੀ ਜਗ੍ਹਾ ਨੂੰ ਕੀਲ ਲੈਂਦੇ ਨੇ। ਤੇ ਫਿਰ ਉਹ ਲੋਕਾਂ ਦੇ ਕੰਮ ਕਰਦੇ ਵੀ ਜਾ ਤੇਰਾ ਇਹ ਕੰਮ ਹੋਵੇਗਾ, ਤੂੰ ਆਹ ਮੰਤਰ ਪੜ੍ਹੀ ਜਾ ਕੇ। ਐਸੇ ਮੰਤਰ ਨੇ ਦੁਨੀਆ ਦੇ ਵਿੱਚ, ਵਿਦਵਾਨਾਂ ਨੇ 36 ਲੱਖ ਮੰਤਰ ਲਿਖਿਆ। 36 ਲੱਖ, ਇੱਕ ਨਹੀਂ, ਦੋ ਨਹੀਂ, 36 ਲੱਖ ਮੰਤਰ ਹੈ, ਵੱਖ-ਵੱਖ ਜਗ੍ਹਾ 'ਤੇ ਪ੍ਰਯੋਗ ਹੋਣ ਵਾਲਾ, ਇੰਨੀ ਤਾਕਤ ਵਾਲਾ। ਜਦੋਂ ਗੁਰੂ ਨਾਨਕ ਦੇ ਪਾਤਸ਼ਾਹ ਮਹਾਰਾਜ ਗਏ ਨਾ ਅਸਾਮ ਦੀ ਧਰਤੀ 'ਤੇ, ਬੰਗਾਲ ਦੀ ਧਰਤੀ 'ਤੇ, ਉਹ ਜਾਦੂਗਰਾਂ ਦਾ ਦੇਸ਼ ਹੈ। ਭਾਈ ਮਰਦਾਨਾ ਜੀ ਜਦੋਂ ਕਿਸੇ ਘਰੇ ਪਾਣੀ ਜਾਂ ਪ੍ਰਸ਼ਾਦਾ ਛਕਣ ਗਏ ਜਾਂ ਪਾਣੀ ਮੰਗਣ ਗਏ, ਤੇ ਉੱਥੇ ਇੱਕ ਮਾਈ ਬੀਬੀ ਨੇ ਮੰਤਰ ਪੜ੍ਹ ਕੇ ਤੇ ਇੱਕ ਧਾਗਾ ਭਾਈ ਮਰਦਾਨੇ ਦੇ ਗਲ ਵਿੱਚ ਪਾ ਦਿੱਤਾ। ਜਦੋਂ ਧਾਗਾ ਪਾਇਆ, ਇਤਿਹਾਸ ਵਿੱਚ ਬਚਨ ਆਉਂਦਾ ਵੀ ਭਾਈ ਮਰਦਾਨਾ ਜੀ ਉਸ ਵੇਲੇ ਬਣ ਗਏ, ਭੇਡੂ ਬਣ ਗਏ। ਇਹਦਾ ਮਤਲਬ ਇਹ ਨਹੀਂ ਵੀ ਉਹਦਾ ਸਰੀਰ ਭੇਡੂ ਦਾ ਬਣ ਗਿਆ ਸੀ, ਸਰੀਰ ਬੰਦਿਆਂ ਵਾਲਾ ਹੀ ਸੀਗਾ। ਸਰੀਰ ਨੂੰ ਬਦਲਣਾ ਪਰਮਾਤਮਾ ਤੋਂ ਥੱਲੇ ਕਿਸੇ ਦੀ ਤਾਕਤ ਨਹੀਂ ਹੈ, ਪਰਮਾਤਮਾ ਚਾਹਵੇ ਕਿ ਬਦਲਿਆ ਜਾ ਸਕਦਾ। ਜਦੋਂ ਧਾਗਾ ਪਾਇਆ, ਉਹ ਮੈਂਡਕ ਬਣ ਗਿਆ, ਮੈਂਡਾ ਬਣ ਗਿਆ, ਭੇਡੂ ਬਣ ਗਿਆ। ਭੇਡੂ ਬਣਿਆ ਨਹੀਂ, ਪਰ ਉਹਨੂੰ ਇਹ ਜਾਪਿਆ ਵੀ ਮੇਰਾ ਸਰੀਰ ਭੇਡੂ ਦਾ ਬਣ ਗਿਆ ਹੈ ਤੇ ਮੇਰਾ ਹੁਣ ਵੱਸ ਕੋਈ ਨਹੀਂ ਹੈ। ਉਹ ਪਸ਼ੂਆਂ ਵਾਲੀਆਂ ਹਰਕਤਾਂ ਕਰਨ ਲੱਗ ਪਿਆ। ਉਹਨੇ ਮੰਤਰ ਹੀ ਇਹੋ ਜਿਹਾ ਫੂਕਿਆ ਕਿ ਉਹਦੀ ਮੱਤ ਇਸ ਪਾਸੇ ਨੂੰ ਚਲੇਗੀ ਵੀ ਮੈਂ ਇੱਕ ਜਾਨਵਰ ਬਣ ਗਿਆ ਹਾਂ। ਉਹਨੂੰ ਅੰਦਰ ਕਮਰੇ ਦੇ ਉਹਨੂੰ ਬੰਨ੍ਹ ਲਿਆ, ਤਾੜ ਲਿਆ। ਉਹਨੂੰ ਇਸ ਤਰ੍ਹਾਂ ਲੱਗਦਾ ਪਿਆ ਵੀ ਮੈਂ ਵਾਕਿਆ ਹੀ ਭੇਡੂ ਬਣ ਗਿਆ, ਪਰ ਹੈ ਇਨਸਾਨ ਹੈ,
ਮੰਤਰ ਦਾ ਬਲ ਕੰਮ ਕਰ ਗਿਆ ਵੀ ਉਹ ਇਨਸਾਨ ਨੂੰ ਇਸ ਤਰ੍ਹਾਂ ਲੱਗ ਰਿਹਾ ਵੀ ਮੈਂ ਭੇਡੂ ਹਾਂ। ਬੋਲਦਾ ਤੇ ਆਪਣੀ ਜ਼ੁਬਾਨ ਵਿੱਚੋਂ ਹੈ, ਪਰ ਉਹਨੂੰ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਭੇਡੂ ਕੋਈ ਮਿਆਂ ਮਿਆਂ ਕਰਦਾ ਨਾ, ਵੀ ਮੈਂ ਮਿਆਂ ਮਿਆਂ ਕਰਦਾ ਪਿਆ ਆ। ਜਦੋਂ ਗੁਰੂ ਨਾਨਕ ਦੇਵ ਪਾਤਸ਼ਾਹ ਗਏ ਨਾ ਉਸ ਘਰ ਦੇ ਵਿੱਚ, ਤੇ ਮਹਾਰਾਜ ਤੇ ਜਾਣੀ ਜਾਣ ਸਨ। ਸਤਿਗੁਰਾਂ ਨੇ ਪੁੱਛਿਆ, ਸਾਡਾ ਸਾਥੀ ਆਇਆ। ਘਰ ਦੇ ਮੈਂਬਰ ਸਾਰੇ ਮੁੱਕਰ ਗਏ, ਕਹਿਣ ਲੱਗੇ ਅਸੀਂ ਤੇ ਵੇਖਿਆ ਹੀ ਨਹੀਂ। ਜਦੋਂ ਭਾਈ ਮਰਦਾਨੇ ਨੇ ਆਵਾਜ਼ ਸੁਣੀ, ਸਤਿਗੁਰਾਂ ਦੀ ਆਵਾਜ਼, ਤੇ ਉਹ ਅੰਦਰੋਂ ਬੋਲਿਆ, ਆਵਾਜ਼ ਦਿੱਤੀ ਉਹਨੇ, ਪਰ ਉਹਦੀ ਆਵਾਜ਼ ਇਸ ਤਰ੍ਹਾਂ ਲੱਗ ਰਹੀ ਹੈ ਜਿਵੇਂ ਕੋਈ ਭੇਡੂ ਬੋਲਦਾ ਪਿਆ। ਮਹਾਰਾਜ ਸਮਝ ਗਏ। ਸਤਿਗੁਰਾਂ ਨੇ ਭਾਈ ਬਾਲਾ ਜੀ ਨੂੰ ਭੇਜਿਆ, ਕਹਿਣ ਲੱਗੇ ਉਹਦੇ ਗਲ ਵਿੱਚ ਧਾਗਾ ਇਹਨਾਂ ਨੇ ਪਾਇਆ, ਉਹ ਧਾਗਾ ਤੋੜਦੇ ਜਾ ਕੇ ਗਲ ਵਿੱਚੋਂ, ਵਾਹਿਗੁਰੂ ਕਹਿ, ਵਾਹਿਗੁਰੂ ਕਹਿ ਕੇ ਧਾਗਾ ਤੋੜਦੇ, ਮੰਤਰ ਨਸ਼ਟ ਹੋ ਜਾਏਗਾ। ਭਾਈ ਬਾਲਾ ਜੀ ਅੰਦਰ ਚਲੇ ਗਏ, ਜਿੱਥੇ ਭਾਈ ਮਰਦਾਨੇ ਨੂੰ ਫੜ ਕੇ ਬਿਠਾਇਆ ਸੀ, ਉਹ ਧਾਗਾ ਤੋੜਿਆ, ਮੰਤਰ ਦਾ ਅਸਰ ਖਤਮ ਹੋ ਗਿਆ। ਉਹਨੂੰ ਇਸ ਤਰ੍ਹਾਂ ਲੱਗਾ ਵੀ ਮੈਂ ਭੇਡੂ ਤੋਂ ਫਿਰ ਬੰਦਾ ਬਣ ਗਿਆ। ਆਪਾਂ ਇਹ ਸਾਖੀ ਕਈ ਵਾਰੀ ਸਰਵਣ ਕੀਤੀ, ਕਰਵਾਈ ਹੈ। ਸਾਡੇ ਮਨ ਵਿੱਚ ਇਹ ਗੱਲ ਆ ਜਾਂਦੀ ਹੈ ਵੀ ਸ਼ਾਇਦ ਉਹਨਾਂ ਨੇ ਬੰਦੇ ਤੋਂ ਜਾਨਵਰ ਬਣਾ ਦਿੱਤਾ। ਬੰਦੇ ਤੋਂ ਜਾਨਵਰ ਨਹੀਂ ਬਣਾਇਆ, ਪਰ ਉਹਦੀ ਮੱਤ ਇਸ ਤਰ੍ਹਾਂ ਦੀ ਕਰ ਦਿੱਤੀ ਮੰਤਰ ਦੇ ਜ਼ੋਰ ਦੇ ਨਾਲ, ਉਹਨੂੰ ਇਹ ਜਾਪਣ ਲੱਗ ਪਿਆ ਵੀ ਮੈਂ ਪਸ਼ੂ ਬਣ ਗਿਆ। ਉਸ ਧਾਗੇ ਦਾ ਇਹ ਜ਼ੋਰ ਹੈ, ਇਹ ਤਾਕਤ ਹੈ ਮੰਤਰ ਦੀ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਵੇਖਿਆ ਵੀ ਇਹਨਾਂ ਮੰਤਰ ਦੇ ਨਾਲ ਸਾਡੇ ਸੇਵਕ ਨੂੰ ਦੁਖੀ ਕੀਤਾ, ਤੇ ਮਹਾਰਾਜ ਸਾਹਿਬ ਜੀਆਂ ਨੇ ਫਿਰ ਜਦੋਂ ਤੱਕਿਆ ਆਪਣੀ ਨਜ਼ਰ ਦੇ ਨਾਲ, ਤੇ ਉਹ ਘੜੇ ਜਿਹੜੇ ਸਨ ਉਹਨਾਂ ਦੇ ਸਿਰ ਦੇ ਉੱਤੇ ਹੀ ਜੁੜ ਗਏ। ਜਿਵੇਂ ਕੋਈ ਪੱਕੀ ਚੀਜ਼ ਪੱਥਰ ਦੇ ਨਾਲ ਜਾਂ ਲੋਹੇ ਦੇ ਨਾਲ ਆਪਾਂ ਵੈਲਡਿੰਗ ਕਰ ਦਈਏ ਨਾ, ਉਤਰੇ ਹੀ ਨਾ। ਉਹ ਘੜਾ ਚੁੱਕਦੀਆਂ ਨੇ ਸਿਰ ਤੋਂ, ਪਰ ਚੁੱਕਿਆ ਨਹੀਂ ਜਾਂਦਾ। ਇਸ ਤਰ੍ਹਾਂ ਲੱਗਦਾ ਜਿਵੇਂ ਸਿਰ ਦੇ ਨਾਲ ਹੀ ਜੁੜ ਗਿਆ। ਫਿਰ ਉਹਨਾਂ ਨੇ ਕਈ ਤਰ੍ਹਾਂ ਦੇ ਮੰਤਰ ਪੜ੍ਹੇ, ਮੰਤਰ ਕੋਈ ਨਹੀਂ ਚੱਲਿਆ। ਫਿਰ ਸਾਰੇ ਲੋਕਾਂ ਨੇ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਆਖਿਆ, ਮਹਾਰਾਜ ਇਹ ਕਿਰਪਾ ਕਰੋ, ਇਸ ਤੋਂ ਸਾਨੂੰ ਮੁਕਤ ਕਰ ਦਿਓ ਅਤੇ ਅਸੀਂ ਤੁਹਾਡੀ ਸ਼ਰਨ ਵਿੱਚ ਆ ਜਾਂਦੇ ਹਾਂ। ਇਹ ਬਚਨ ਕਰਕੇ ਸੁਣ ਕੇ ਉਸ ਵੇਲੇ ਫਿਰ ਮਹਾਰਾਜ ਨੇ ਉਹ ਘੜੇ ਜਿਹੜੇ ਸਨ, ਵਾਹਿਗੁਰੂ ਮੰਤਰ ਕਹਿ ਕੇ ਕਰਕੇ ਕਹਿਣ ਲੱਗੇ ਵੀ ਉਹਨਾਂ ਦੇ ਸਿਰ ਤੋਂ ਉਹ ਘੜਾ ਜਿਹੜਾ ਸੀ ਉਹ ਦੂਰ ਹੋਇਆ। ਸੋ ਮਤਲਬ ਇਹ ਹੈ, ਭਾਵ ਇਹ ਹੈ ਵੀ ਇਸ ਤਰ੍ਹਾਂ ਦੇ ਮੰਤਰ 36 ਲੱਖ ਨੇ ਜਿਹੜੇ ਲੋਕਾਂ ਨੇ ਸਿੱਧ ਕੀਤੇ ਹੋਏ ਨੇ। ਉਹਨਾਂ ਮੰਤਰਾਂ ਤੋਂ ਕੰਮ ਲਿਆ ਜਾਂਦਾ ਹੈ, ਉਹਦੇ ਨਾਲ ਲੋਕ ਆਪਣਾ ਰੁਜ਼ਗਾਰ ਚਲਾਉਂਦੇ ਨੇ। ਉਹ ਮੰਤਰ ਧਾਰਮਿਕ ਵੀ ਹੋ ਸਕਦੇ ਨੇ, ਦੁਨੀਆ ਨੂੰ ਦੁੱਖ ਦੇਣ ਵਾਲੇ। ਆਪਾਂ ਬੱਸ ਗੱਡੀ 'ਤੇ ਸਫ਼ਰ ਕਰਦੇ ਨਾ, ਲਿਖਿਆ ਹੁੰਦਾ ਬੱਸ ਗੱਡੀ ਦੇ ਵਿੱਚ ਛੁਟਕਾਰਾ ਪਾਓ, ਬਾਹਰ ਦਾ ਵੀਜ਼ਾ ਲਵਾਓ, ਦੁਸ਼ਮਣ ਨੂੰ ਨਾਸ ਕਰ ਦਿਓ, ਇਹ ਕਰ ਦਿਓ, ਉਹ ਕਰ ਦਿਓ, ਬੜਾ ਕੁਝ ਲਿਖਿਆ ਹੁੰਦਾ। ਇਹ ਲਾਲ ਕਿਤਾਬ ਦਾ ਮਾਹਰ ਹੈ, ਇਹ ਫਲਾਣੀ ਕਿਤਾਬ ਦਾ ਮਾਹਰ ਲਿਖਿਆ ਜਾਂਦਾ ਹੈ। ਉਹਨਾਂ ਨੇ ਉਹ ਮੰਤਰ ਸਿੱਧ ਕੀਤੇ ਹੁੰਦੇ ਨੇ। ਉਸ ਮੰਤਰ ਦੇ ਬਲ ਦੇ ਨਾਲ ਕੋਈ ਇਸ ਤਰ੍ਹਾਂ ਦਾ ਪ੍ਰਯੋਗ ਕਰਕੇ ਤੇ ਆਪਣਾ ਗੁਜ਼ਾਰਾ ਕਰਦੇ ਹਨ। ਸੋ ਇਹ ਮੰਤਰ ਨੇ ਵੱਖ-ਵੱਖ ਤਰ੍ਹਾਂ ਦੇ ਦੇਵੀ ਦੇਵਤਿਆਂ ਨੂੰ ਸਿੱਧ ਕਰਨ ਵਾਲੇ। ਦੇਵਤੇ ਵੀ ਸਿੱਧ ਹੋ ਜਾਂਦੇ, ਦੇਵੀਆਂ ਵੀ ਸਿੱਧ ਹੋ ਜਾਂਦੀਆਂ, ਉਹਨਾਂ ਤੋਂ ਕੰਮ ਲਿਆ ਜਾ ਸਕਦਾ। ਸੋ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਜਿਹੜਾ ਕੇਸੋ ਦਾਸ ਪੰਡਤ ਹੈ ਉਹ ਮੰਤਰ ਪੜ੍ਹਦਾ ਹੈ। ਇਹ ਮਹੀ ਫਾਗਣ ਮਾਸ ਬਿਤਾਇਓ, ਕਹਿਣ ਲੱਗੇ ਫੱਗਣ ਦਾ ਮਹੀਨਾ ਵੀ ਲੰਘ ਗਿਆ, 10 ਮਹੀਨੇ ਪੂਰੇ ਹੋ ਗਏ ਹਨ। ਚੜਿਓ ਚੇਤ ਸੁੰਦਰ ਦਰਸਾਇਓ। ਚੇਤਰ ਦਾ ਮਹੀਨਾ ਜਿਹੜਾ ਆਪਾਂ ਨੂੰ ਅਗਲਾ ਮਹੀਨਾ ਪ੍ਰਾਪਤ ਹੋਣਾ ਨਾ, ਉਹ ਚੇਤਰ ਦਾ ਹੀ ਹੈ। ਆਪ ਫੱਗਣ ਦਾ ਮਹੀਨਾ ਚੱਲਦਾ ਪਿਆ, ਅਗਲਾ ਮਹੀਨਾ ਚੇਤਰ ਦਾ। ਜੱਗ ਕਰਦਿਆਂ ਅਗਲਾ ਮਹੀਨਾ ਜਿਹੜਾ ਉਹ ਪ੍ਰਾਪਤ ਹੋਇਆ ਹੈ। ਉਸ ਮਤ ਕਾਨਨ ਤੇ ਸਭ ਥਾਈ। ਸੋ ਕਹਿਣ ਲੱਗੇ ਵੀ ਇਹ ਚੇਤਰ ਦੇ ਮਹੀਨੇ ਗੁਰਮੁਖੋ ਫੁੱਲ ਖਿੜ ਜਾਂਦੇ ਨੇ। ਬਸੰਤ ਦਾ ਚੱਲਦਾ ਪਿਆ ਨਾ, ਇਹ ਦਿਨ ਚੱਲਦੇ ਪਏ, ਰੁੱਖਾਂ ਨੂੰ ਨਵੇਂ ਪੱਤੇ ਆ ਜਾਂਦੇ ਨੇ, ਨਵੀਆਂ ਨਵੀਆਂ ਕਰੂੰਬਲੀਆਂ ਫੁੱਟ ਪੈਂਦੀਆਂ ਨੇ, ਫੁੱਲ ਖਿੜ ਜਾਂਦੇ ਨੇ। ਇਹ ਰੁੱਤ ਜਿਹੜੀ ਉਸ ਵੇਲੇ ਬਣੀ ਹੈ। ਔਰ ਗੁੰਜਾਰਤ ਹੈ ਸਮੁਦਾਈ। ਫੁੱਲਾਂ ਦੇ ਉੱਪਰ ਭੌਰੇ ਜਿਹੜੇ ਨੇ ਉਹ ਗੁੰਜਾਰਾਂ ਪਾਉਂਦੇ ਗੂੰਜਦੇ ਹਨ। ਫੂਲ ਪਰ ਫੁੱਲਿਅਤ ਬਰਨ ਬਰਨ ਕੇ। ਕਈ ਰੰਗਾਂ ਰੰਗਾਂ ਦੇ ਫੁੱਲ ਉਸ ਵੇਲੇ ਖਿੜ ਗਏ ਹਨ। ਭਾਸਤ ਚਾਰ ਆਕਾਰ ਤਰਨ ਕੇ। ਕਹਿਣ ਲੱਗੇ ਵੀ ਬੜੇ ਸੁੰਦਰ ਤੇ ਸੋਹਣੇ ਫੁੱਲ ਜਿਹੜੇ ਬਸੰਤ ਵਿੱਚ ਜਾਂ ਚੇਤਰ ਵਿੱਚ ਖਿੜੇ ਹਨ। ਉੱਚੇ ਗਿਰ ਕੇ ਸ਼ਿਖਰ ਸਥਿਰ ਪਰ ਹੈ। ਇਹ ਨੈਣਾ ਦੇਵੀ ਦਾ ਜਿਹਨੂੰ ਪਹਾੜ ਅੱਜ ਆਪਾਂ ਕਹਿੰਦੇ ਆ, ਇੱਥੇ ਨੈਣਾ ਨਾਮ ਦਾ ਇੱਕ ਗੁੱਜਰ ਮੱਝਾਂ ਚਾਰਦਾ ਚਾਰਦਾ, ਉਹਦੇ ਪਹਾੜ ਦੇ ਉੱਪਰ ਇਹ ਕੇਸੋ ਦਾਸ ਪੰਡਤ ਜਿਹੜਾ ਕਾਂਸ਼ੀ ਤੋਂ ਆਇਆ, ਇਹ ਜੱਗ ਕਰਦਾ ਪਿਆ ਹੈ। ਅਵਲੋਕਤ ਤਰਵਰ ਤਰ ਤਰ ਇਹਨੇ ਵੇਖਿਆ ਵੀ ਕਈ ਤਰ੍ਹਾਂ ਦੇ ਰੁੱਖ ਜਿਹੜੇ ਇੱਥੇ ਲੱਗੇ ਹੋਏ ਹਨ। ਮਾਸ ਇਕਾਦਸ਼ ਮੋ ਤਬ ਆਇਓ। ਕਹਿਣ ਲੱਗੇ ਵੀ ਇੰਨੇ ਚਿਰ ਨੂੰ 11ਵਾਂ ਮਹੀਨਾ ਆ ਗਿਆ।
ਪਹਿਲਾਂ 5 ਮਹੀਨੇ 6 ਮਹੀਨੇ 7 ਮਹੀਨੇ 9 ਮਹੀਨੇ ਦਾ ਸਮਾਂ ਲੰਘਿਆ, 10ਵਾਂ ਮਹੀਨਾ ਵੀ ਲੰਘ ਗਿਆ, 11ਵਾਂ ਮਹੀਨਾ ਵੀ ਕਹਿਣ ਲੱਗੇ ਹੁਣ ਸ਼ੁਰੂ ਹੋ ਗਿਆ ਹੈ। ਚਾਹਤ ਸ਼੍ਰੀ ਚੰਡੀ ਵਿਦਤਾਇ, ਪਰ ਇਹ ਪੰਡਤ ਚਾਹੁੰਦਾ ਵੀ ਕਿਵੇਂ ਨਾ ਕਿਵੇਂ ਦੇਵੀ ਪ੍ਰਗਟ ਹੋਣਾ ਕਰੇ। ਹਮਨ ਕਰਨ ਲਾਗੇ ਪੁਨ ਘਨੋ, ਬੜਾ ਲੰਮਾ ਸਮਾਂ ਹਵਨ ਕਰਦਾ ਹੈ, ਕਈ ਕਈ ਘੰਟੇ। ਕੇਸੋਦਾਸ ਅੱਗ ਦੇ ਵਿੱਚ ਕੜਛੀਆਂ ਭਰ ਭਰ ਕੇ ਦੇਸੀ ਘਿਓ ਦੀਆਂ ਪਾਉਂਦਾ, ਵਿੱਚ ਉਹਦੇ ਫੁੱਲ ਪਾਉਂਦਾ, ਵਿੱਚ ਜੌਂ ਪਾਉਂਦਾ, ਚੌਲ ਪਾਉਂਦਾ, ਕਈ ਤਰ੍ਹਾਂ ਤਿਲ ਵਗੈਰਾ ਉਹਦੇ ਵਿੱਚ ਪਾਏ ਜਾਂਦੇ ਹਨ। ਮੇਵਾ ਅਧਿਕ ਘ੍ਰਿਤ ਕੇ ਸਨੋ, ਅਤੇ ਕਈ ਤਰ੍ਹਾਂ ਦੇ ਮਿੱਠੇ ਮੇਵੇ ਜਿਹੜੇ ਨੇ ਉਹ ਵੀ ਅੱਗ ਦੇ ਵਿੱਚ ਆਹੂਤੀ ਦੇਣ ਵਾਸਤੇ, ਜਦੋਂ ਪੰਡਤ ਲੋਕ ਹਵਨ ਕਰਦੇ ਨਾ, ਤੁਸੀਂ ਕਰਦਿਆਂ ਵੇਖਿਆ ਹੋਵੇਗਾ, ਜਾਂ ਟੈਲੀਵਿਜ਼ਨ ਦੇ ਵਿੱਚ ਕਈ ਐਸੇ ਨਾਟਕ ਚੱਲਦੇ ਨੇ, ਉਹਦੇ ਵਿੱਚ ਵਿਖਾਇਆ ਜਾਂਦਾ, ਉਸ ਅੱਗ ਦੇ ਵਿੱਚ ਫਿਰ ਕਈ ਤਰ੍ਹਾਂ ਦੇ ਮੇਵੇ ਮਖਾਣੇ ਪਾਏ ਜਾਂਦੇ ਹਨ। ਸ਼ਗਨ ਹੋਣ ਲਾਗੇ ਸ਼ੁਭ ਸਾਰੇ, ਤੇ ਇਸ ਤਰ੍ਹਾਂ ਦੇ ਇਹ ਸਾਰੇ ਜਿਹੜੇ ਵੀ ਉਸ ਵੇਲੇ ਦੇ ਰੀਤੀ ਰਿਵਾਜ ਇਹਨੂੰ ਸਮਝਾਏ ਹੋਏ ਕਰਦਾ ਪਿਆ ਹੈ। ਲਾਟ ਦਾਹਨੀ ਦਿਸ਼ਾ ਤੇ ਉਸਾਰੇ, ਹੁਣ ਵੱਡੀਆਂ ਵੱਡੀਆਂ ਲਾਟਾਂ ਨਾ ਉਹਦੇ ਵਿੱਚੋਂ, ਜਿੱਥੇ ਅੱਗ ਬਾਲੀ ਹੋਈ ਹੈ ਹਵਨ ਕੁੰਡ ਦੇ ਵਿੱਚੋਂ ਲੰਮੀਆਂ ਲੰਮੀਆਂ ਲਾਟਾਂ ਤਾਂ ਨੂੰ ਜਾਂਦੀਆਂ। ਹੁਣ ਗੁਰਮੁਖੋ ਇੱਕ ਤੇ ਹੈ ਉੱਚੀ ਪਹਾੜੀ, ਦੂਰੋਂ ਸਭ ਨੂੰ ਦਿਸਦੀ ਪਈ ਹੈ, ਉਸ ਉੱਚੀ ਪਹਾੜੀ ਤੇ ਲਾਟਾਂ ਨਿਕਲਦੀਆਂ ਤਾਂ ਨੂੰ, ਉਹ ਬਲਦੀ ਹੋਈ ਅੱਗ ਦੂਰੋਂ ਦਿਸਦੀ ਹੈ। ਇਸੇ ਗੱਲ ਦਾ ਲੋਕਾਂ ਨੂੰ ਭੁਲੇਖਾ ਪਿਆ ਵੀ ਉਹ ਜਿਹੜੀ ਅੱਗ ਨਿਕਲਦੀ ਪਈ ਹੈ ਉੱਥੇ ਚੰਡੀ ਪੈਦਾ ਹੋਈ ਹੈ, ਪ੍ਰਗਟ ਹੋਈ ਹੈ, ਪਰ ਹੋਇਆ ਇਸ ਤਰ੍ਹਾਂ ਦਾ ਕੁਝ ਨਹੀਂ ਹੈ। ਅੱਗੇ ਜਾ ਕੇ ਆਪਾਂ ਇਤਿਹਾਸ ਵਿੱਚ ਇਹ ਬਚਨ ਸਰਵਣ ਕਰ ਲੈਣਾ ਹੈ। ਕਹਿਣ ਲੱਗੇ ਉੱਥੇ ਅੱਗ ਬਲਦੀ ਹੋਈ ਦਿਖਾਈ ਦਿੰਦੀ ਹੈ। ਆਹੁਤ ਜੋ ਕਰ ਕਮਲ ਮਝਾਰੇ, ਕਹਿਣ ਲੱਗੇ ਵੀ ਇਸ ਤਰ੍ਹਾਂ ਆਹੂਤੀਆਂ ਦਿੱਤੀਆਂ ਜਾਂਦੀਆਂ ਹਨ। ਸਨਮੁਖ ਆਏ ਹਿਤ ਲੈਣ ਆਹਾਰੇ, ਤੇ ਕਹਿਣ ਲੱਗੇ ਵੀ ਇਸ ਤਰ੍ਹਾਂ ਇਹ ਸਾਹਮਣੇ ਆਏ ਨੇ ਆਪੋ ਆਪਣਾ ਆਹਾਰ ਭੋਜਨ ਲੈਣ ਵਾਸਤੇ। ਇਤਿਆਦਿਕ ਭਿਖ ਵਿਪਰ ਪ੍ਰਵੀਨੋ, ਇਹ ਜਿਹੜਾ ਸਿਆਣਾ ਪੰਡਤ ਹੈ ਨਾ, ਉਸ ਵੇਲੇ ਉਸਨੇ ਵੇਖਿਆ ਵੀ ਲੱਛਣ ਸਾਰੇ ਪ੍ਰਗਟ ਹੋਣ ਵਾਲੇ ਹਨ। ਹੋਏ ਹੈ ਵਿਦਤ ਹਿਰਦੈ ਮਚੀਨੋ, ਮਨ ਵਿੱਚ ਸੋਚਿਆ ਵੀ ਹੁਣ ਦੇਵੀ ਪ੍ਰਗਟ ਹੋਵੇਗੀ। ਜਦੋਂ ਔਰੰਗਜ਼ੇਬ ਨੇ ਹੁਕਮ ਕੀਤਾ ਨਾ ਵੀ ਹਿੰਦੂ ਧਰਮ ਮੈਂ ਖਤਮ ਕਰ ਦੇਣਾ, ਜਨੇਊ ਲਾ ਕੇ ਬੋਦੀਆਂ ਜਿਹੜੀਆਂ ਨੇ ਮੈਂ ਕੱਟ ਦੇਣੀਆਂ ਨੇ, ਸਾਰਿਆਂ ਨੂੰ ਮੁਸਲਮਾਨ ਕਰਨਾ, ਉਦੋਂ ਕਿਰਪਾ ਰਾਮ ਨਾਮ ਦਾ ਇੱਕ ਪੰਡਤ ਸੀ ਜਿਹੜਾ ਕਸ਼ਮੀਰ ਵਿੱਚ ਰਹਿੰਦਾ ਸੀ। ਇਹ 1400 ਪੰਡਤਾਂ ਨੂੰ ਨਾਲ ਲੈ ਕੇ ਤੇ ਅਮਰਨਾਥ ਗੁਫਾ ਤੇ ਗਿਆ ਸੀ। ਅੱਜ ਵੀ ਉੱਥੇ ਗਰਮੀਆਂ ਦੇ ਵਿੱਚ ਉਹਦੀ ਯਾਤਰਾ ਖੁੱਲ੍ਹਦੀ ਹੈ, ਲੋਕ ਜਾਂਦੇ ਨੇ ਅਮਰਨਾਥ ਗੁਫਾ। ਇਹਨਾਂ ਪੰਡਤਾਂ ਨੇ ਜਾ ਕੇ ਉੱਥੇ ਕਈ ਦਿਨ ਮੰਤਰ ਪੜ੍ਹੇ ਸ਼ਿਵ ਜੀ ਦੀ ਗੁਫਾ ਦੇ ਵਿੱਚ। ਇਤਿਹਾਸ ਵਿੱਚ ਬਚਨ ਆਉਂਦਾ ਵੀ ਇਹਨਾਂ ਨੇ ਪ੍ਰਸ਼ਾਦਾ ਵੀ ਛੱਡ ਦਿੱਤਾ ਸੀ, ਛਕਣਾ ਤੇ ਪਾਣੀ ਪੀਣਾ ਵੀ ਛੱਡ ਦਿੱਤਾ ਸੀ, ਵੀ ਜਾਂ ਤੇ ਅਸੀਂ ਭੁੱਖੇ ਤੇ ਪਿਆਸੇ ਮਰਾਂਗੇ, ਮੰਤਰ ਪੜਾਂਗੇ, ਜਾਂ ਤੁਸੀਂ ਪ੍ਰਗਟ ਹੋ ਕੇ ਸਾਡੀ ਇਸ ਮੁਸੀਬਤ ਦਾ ਹੱਲ ਕਰੋ। ਜਦੋਂ ਇਹਨਾਂ ਨੇ ਕਈ ਦਿਨ ਇਸ ਤਰ੍ਹਾਂ ਭੁੱਖੇ ਤੇ ਪਿਆਸੇ ਤੇ ਕਈ ਬੇਹੋਸ਼ ਹੀ ਹੋ ਗਿਆ ਨਾ, ਜਦੋਂ ਬੇਬਲ ਹੀ ਹੋ ਗਿਆ ਵੀ ਸਰੀਰ 'ਚ ਸ਼ਕਤੀ ਨਾ ਰਹਿ ਗਈ, ਨਾ ਮੰਤਰ ਪੜ੍ਹਨ ਦੀ ਨਾ ਬੈਠਣ ਦੀ, ਡਿੱਗ ਪਏ। ਤੇ ਫਿਰ ਇਹਨਾਂ ਨੂੰ ਆਵਾਜ਼ ਉੱਥੋਂ ਆਈ ਗੁਫਾ ਦੇ ਵਿੱਚੋਂ, ਕਹਿਣ ਲੱਗੇ ਵੀ ਇਸ ਵੇਲੇ ਤੁਹਾਡੀ ਮਦਦ ਕਿਸੇ ਨੇ ਨਹੀਂ ਕਰਨੀ। ਕਲਯੁਗ ਦਾ ਸਮਾਂ ਇੰਨਾ ਭਿਆਨਕ ਹੈ, ਇਸ ਕਲਯੁਗ ਦੇ ਸਮੇਂ ਦੇ ਵਿੱਚ ਕੋਈ ਵੀ ਦੇਵਤਾ ਅਵਤਾਰ ਲੈਣ ਵਾਸਤੇ ਤਿਆਰ ਨਹੀਂ ਹੈ। ਕਲਯੁਗ ਤੋਂ ਸਾਰੇ ਡਰਦੇ ਨੇ, ਕਲਯੁਗ ਦਾ ਰਾਜ ਹੈ ਬੜਾ ਭਿਆਨਕ ਹੈ। ਇਸ ਵੇਲੇ ਕੋਈ ਦੇਵੀ ਜਾਂ ਦੇਵਤਾ ਤੁਹਾਡੀ ਮਦਦ ਕਰਨ ਵਾਸਤੇ ਪ੍ਰਗਟ ਨਹੀਂ ਹੋ ਸਕਦਾ। ਕੀ ਕੀਤਾ ਜਾਵੇ? ਕਲਯੁਗ ਜਹਾਜ਼ ਅਰਜਨ ਗੁਰੂ। ਕਲਯੁਗ ਦੇ ਵਿੱਚ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ, ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਅਵਤਾਰ ਨੇ, ਕਿਉਂਕਿ ਉਹ ਖੁਦ ਨਿਰੰਕਾਰ ਨੇ, ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਉਹ ਆਪ ਪਰਮੇਸ਼ਰ ਨੇ, ਉਹ ਦੁਨੀਆ ਤੇ ਆਏ ਨੇ। ਜੇ ਤੁਸੀਂ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਤੇ ਉਹਨਾਂ ਕੋਲ ਚਲੇ ਜਾਓ, ਉਹਨਾਂ ਤੋਂ ਬਿਨਾਂ ਕਿਸੇ ਨੇ ਵੀ ਤੁਹਾਡਾ ਧਰਮ ਨਹੀਂ ਇਸ ਵੇਲੇ ਬਚਾ ਸਕਣਾ। ਕਿਸੇ ਵਿੱਚ ਇੰਨੀ ਤਾਕਤ ਨਹੀਂ। ਕਲਯੁਗ ਦਾ ਬੜਾ ਭਿਆਨਕ ਸਮਾਂ ਹੈ। ਅਮਰਨਾਥ ਗੁਫਾ ਤੋਂ ਕਿਰਪਾ ਰਾਮ ਪੰਡਤ ਦੇ ਸਮੇਤ ਸਾਰੇ ਪੰਡਤ ਫਿਰ ਅਨੰਦਪੁਰ ਸਾਹਿਬ ਆਏ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਮਹਾਰਾਜ ਧਰਮ ਡੁੱਬਦਾ ਪਿਆ, ਸਾਡੀ ਕਿਸੇ ਵੀ ਦੇਵਤੇ ਨੇ ਬਾਂਹ ਨਹੀਂ ਫੜੀ, ਆਪ ਜੀ ਸਾਡੀ ਬਾਂਹ ਫੜੋ। ਗੁਰੂ ਤੇਗ ਬਹਾਦਰ ਬੋਲਿਆ, ਧਰ ਪਈਐ ਧਰਮ ਨਾ ਛੋਡੀਐ, ਬਾਹੇ ਜਿਨ੍ਹਾਂ ਦੀ ਪਕੜੀਐ ਸਿਰ ਦੀਜੈ ਬਾਹੇ ਨਾ ਛੋਡੀ। ਮਹਾਰਾਜ ਨੇ ਆਖਿਆ ਤੁਹਾਡੀ ਬਾਂਹ ਅਸੀਂ ਫੜਾਂਗੇ ਤੇ ਬਾਂਹ ਛੱਡਾਂਗੇ ਨਹੀਂ, ਬਦਲਾਂਗੇ ਨਹੀਂ ਆਪਣੇ ਵਾਅਦੇ ਤੋਂ, ਮੁਕਰਾਂਗੇ ਨਹੀਂ ਕਦੇ, ਕਿਉਂਕਿ ਇਹ ਖਾਲਸੇ ਦਾ ਕਿਰਦਾਰ ਨਹੀਂ ਹੈ ਮੁਕਰ ਜਾਣਾ, ਬਦਲ ਜਾਣਾ। ਜਾਓ ਔਰੰਗਜ਼ੇਬ ਨੂੰ ਕਹਿ ਦਿਓ ਗੁਰੂ ਤੇਗ ਬਹਾਦਰ ਪਾਤਸ਼ਾਹ ਮੁਸਲਮਾਨ ਬਣ ਜਾਣ, ਅਸੀਂ ਖੁਦ ਬਣ ਜਾਵਾਂਗੇ। ਉਹਨਾਂ ਨੂੰ ਇੰਨਾ ਵਿਸ਼ਵਾਸ ਸੀ ਵੀ ਮਹਾਰਾਜ ਨੇ ਆਖਿਆ ਇਹ ਸਾਡੀ ਬਾਂਹ ਫੜੀ ਹੈ, ਛੱਡਣਗੇ ਨਹੀਂ। ਇਹ ਸਾਖੀ ਮੈਂ ਤਾਂ ਸੁਣਾਈ ਹੈ
ਜੇ ਕੋਈ ਦੇਵੀ ਜਾਂ ਦੇਵਤਾ ਪ੍ਰਗਟ ਹੋਣ ਵਾਲਾ ਹੁੰਦਾ ਤੇ ਕਿਰਪਾ ਰਾਮ ਪੰਡਤ ਨੂੰ ਅਮਰਨਾਥ ਗੁਫਾ ਛੱਡ ਕੇ ਆਨੰਦਪੁਰ ਸਾਹਿਬ ਨਾ ਆਉਣਾ ਪੈਂਦਾ, ਉੱਥੇ ਹੀ ਉਹ ਪ੍ਰਗਟ ਕਰ ਲੈਂਦਾ, ਆਪਣੇ ਧਰਮ ਨੂੰ ਬਚਾ ਲੈਂਦਾ। ਨਹੀਂ ਕੋਈ ਪ੍ਰਗਟ ਹੋਇਆ, ਨਹੀਂ ਧਰਮ ਬਚਿਆ। ਮਹਾਰਾਜ ਵੀ ਜਾਣਦੇ ਨੇ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਾਣਦੇ ਨੇ ਵੀ ਪ੍ਰਗਟ ਨਹੀਂ ਕਿਸੇ ਨੇ ਵੀ ਹੋਣਾ। ਕੇਵਲ ਇਹਨਾਂ ਦੇ ਮਨ ਦਾ ਜਿਹੜਾ ਭਰਮ ਹੈ ਨਾ, ਉਹ ਦੁਨੀਆ ਦੇ ਸਾਹਮਣੇ ਲਿਆ ਕੇ ਵਿਖਾਉਣਾ। ਤੁਹਾਡੇ ਦਿਮਾਗ ਵਿੱਚ ਕੀ ਚੱਲਦਾ? ਤੁਹਾਡੇ ਦਿਮਾਗ ਵਿੱਚ ਇਹ ਚੱਲਦਾ ਵੀ ਮੈਂ ਨਾਲ ਦੇ ਦਾ ਕਤਲ ਕਰ ਦਿਆਂ। ਸੋਚ ਲਓ ਵੀ ਕਤਲ ਕਰਨਾ ਹੈ, ਪਰ ਉਹਦੀ ਤੁਹਾਨੂੰ ਸਜ਼ਾ ਨਹੀਂ ਮਿਲੇਗੀ, ਕਿਉਂਕਿ ਤੁਸੀਂ ਸੋਚਿਆ ਹੈ ਪਰ ਕੀਤਾ ਨਹੀਂ। ਸਜ਼ਾ ਉਦੋਂ ਮਿਲੇਗੀ ਜਦੋਂ ਤੁਸੀਂ ਕਤਲ ਕਰ ਦਿਓਗੇ। ਭਾਵੇਂ ਤੁਸੀਂ ਜਾ ਕੇ ਕਹਿ ਵੀ ਦਿਓ ਨਾ ਕਿਸੇ ਜੱਜ ਦੇ ਸਾਹਮਣੇ ਜਾਂ ਕਿਸੇ ਪੁਲਿਸ ਦੇ ਸਾਹਮਣੇ ਵੀ ਮੈਂ ਇਹ ਕੰਮ ਕਰਨਾ ਹੈ, ਜਿੰਨਾ ਚਿਰ ਤੂੰ ਕਰਦਾ ਨਹੀਂ ਉਹਨਾਂ ਚਿਰ ਤੂੰ ਕਿਹਾ ਹੀ ਹੈ, ਸਜ਼ਾ ਨਹੀਂ। ਜਦੋਂ ਕਵੇਂਗਾ, ਜਦੋਂ ਕਰੇਂਗਾ, ਉਦੋਂ ਸਜ਼ਾ ਮਿਲੇਗੀ, ਕਿਉਂਕਿ ਸਜ਼ਾ ਤੇਰੇ ਕੰਮ ਕੀਤੇ ਨੂੰ। ਸੋਚਿਆ ਤੂੰ ਕੀ ਹੈ, ਤੇਰੇ ਦਿਮਾਗ ਵਿੱਚ ਕੀ ਹੈ, ਉਹ ਤੇਰੀ ਆਪਣੀ ਮਰਜ਼ੀ ਹੈ। ਜਦੋਂ ਕਰੇਂਗਾ ਸਜ਼ਾ ਉਦੋਂ ਮਿਲੇਗੀ। ਹੁਣ ਇਹ ਪੰਡਤ ਕਹਿੰਦਾ ਵੀ ਮੈਂ ਦੇਵੀ ਪ੍ਰਗਟ ਕਰਾਂਗਾ, ਇਹ ਤੇ ਨੇ ਕਹਿਤਾ ਵੀ ਕਰਾਂਗਾ, ਪਰ ਅਸਲ ਵਿੱਚ ਮੁੱਦਾ ਆਇਆ ਜਦੋਂ ਕਰਕੇ ਵਿਖਾਵੇਗਾ ਪਤਾ ਉਦੋਂ ਲੱਗਣਾ। ਤੇ ਮਹਾਰਾਜ ਜਾਣਦੇ ਨੇ ਵੀ ਪ੍ਰਗਟ ਤੇ ਹੋਣਾ ਨਹੀਂ। ਸਾਡੇ ਪਿਤਾ ਨੂੰ ਕੁਰਬਾਨੀ ਦੇਣੀ ਤਾਂ ਪਈ ਹੈ ਵੀ ਇਹਨਾਂ ਕੋਲ ਅਮਰਨਾਥ ਗੁਫਾ ਵਿੱਚੋਂ ਪ੍ਰਗਟ ਕੋਈ ਨਹੀਂ ਕਰ ਸਕੇ, ਆਪਣਾ ਧਰਮ ਨਹੀਂ ਜਿਹੜੇ ਬਚਾ ਸਕੇ, ਉਹ ਸਾਡਾ ਕੀ ਸਹਾਇਤਾ ਕਰਨਗੇ, ਸਾਡੀ ਕੀ ਮਦਦ ਕਰਨਗੇ? ਜਿਹੜੇ ਆਪਣੇ ਨਹੀਂ ਬਚਾ ਸਕੇ ਧਰਮ, ਆਪਦੇ ਧਰਮ ਵਾਸਤੇ ਨਹੀਂ ਦੇਵਤਾ ਪ੍ਰਗਟ ਹੋਇਆ, ਸਾਡੇ ਵਾਸਤੇ ਉਹਨਾਂ ਨੇ ਦੇਵੀ ਕੀ ਪ੍ਰਗਟ ਕਰਨੀ ਹੈ? ਇਹ ਜਾਣਦੇ ਨੇ ਮਹਾਰਾਜ। ਪਰ ਇਹ ਗੱਲ ਸੰਗਤ ਨੂੰ ਸਮਝਾਉਣ ਵਾਸਤੇ, ਦੁਨੀਆ ਵਿੱਚ ਲਿਆਉਣ ਵਾਸਤੇ ਮਹਾਰਾਜ ਨੇ ਆਖਿਆ ਚਲੋ ਕਰੋ, ਅਸੀਂ ਤੁਹਾਡੇ ਨਾਲ ਹਾਂ। ਜਿੰਨੀ ਸਮੱਗਰੀ ਚਾਹੀਦੀ ਹੈ ਦੇਵਾਂਗੇ, ਜਿੰਨਾ ਪੈਸਾ ਚਾਹੀਦਾ ਦੇਵਾਂਗੇ, ਪਰ ਪ੍ਰਗਟ ਕਰਕੇ ਵਿਖਾਓ। ਤੇ ਸਾਡੇ ਲੋਕਾਂ ਨੇ ਇਸ ਗੱਲ ਦਾ ਰੌਲਾ ਪਾ ਦਿੱਤਾ, ਲਓ ਜੀ ਮਹਾਰਾਜ ਤੇ ਦੇਵੀ ਪੂਜਕ ਬਣ ਗਏ, ਉਹ ਤੇ ਦੇਵੀ ਨੂੰ ਪੂਜਦੇ ਪਏ, ਉਹਨਾਂ ਦੇ ਗ੍ਰੰਥ ਵਿੱਚ ਇਹ ਲਿਖਿਆ, ਉਹਨਾਂ ਦੇ ਗ੍ਰੰਥ ਵਿੱਚ ਉਹ ਲਿਖਿਆ। ਤੇ ਕਈਆਂ ਨੇ ਡਰਦਿਆਂ ਇਤਿਹਾਸ ਸੁਣਾਉਣਾ ਹੀ ਬੰਦ ਕਰ ਦਿੱਤਾ ਵੀ ਮੈਂ ਝਮੇਲੇ ਵਿੱਚ ਪਵਾਂ ਹੀ ਨਾ। ਜੇ ਮੈਂ ਕੋਈ ਅੱਜ ਇਤਿਹਾਸ ਸੁਣਾਵਾਂਗਾ, ਉਹਦਾ ਉੱਤਰ ਦੇਣ ਵਾਸਤੇ ਮੈਨੂੰ ਗ੍ਰੰਥ ਪੜ੍ਹਨੇ ਪੈਣਗੇ, ਮਿਹਨਤ ਕਰਨੀ ਪਵੇਗੀ। ਮੈਂ ਇਤਿਹਾਸ ਹੀ ਨਾ ਸੁਣਾਵਾਂ, ਨਾ ਮੈਨੂੰ ਪੜ੍ਹਨਾ ਪਵੇ, ਨਾ ਮੈਨੂੰ ਮਿਹਨਤ ਕਰਨੀ ਪਵੇ, ਫਿਰ ਕੀ ਹੋਇਆ? ਗ੍ਰੰਥ ਰੱਦ ਕਰ ਦਿਓ, ਇਹ ਸਾਖੀ ਇਹ ਰੱਦ ਕਰ ਦਿਓ, ਪਰੇ ਕਰ ਦਿਓ ਵੀ ਹੋਇਆ ਹੀ ਨਹੀਂ। ਮਹਾਰਾਜ ਨੇ ਖੁਦ ਲਿਖਿਆ, ਮੈਂ ਨਾ ਗਨੇਸੈ ਪ੍ਰਥਮ ਨਾਉ ਕਿਸਨ ਬਿਸਨ ਕਬਹੁ ਨ ਤਿਉ ਪਾਏ ਗਹਿ ਜਬ ਤੇ ਤੁਮਰੇ ਤਬ ਤੇ ਕੂ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ ਮਤ ਏਕ ਨ ਮਾਨਿਓ। ਸਿਮਰਤ ਸ਼ਾਸਤਰ ਭੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ ਸਭ ਤੋਹੇ ਬਖਾਨੇ। ਇਹ ਖੁਦ ਲਿਖਿਆ ਉਹਨਾਂ ਨੇ ਆਪ। ਮੈਂ ਨਹੀਂ ਜਾਣਦਾ ਰਾਮ ਕੌਣ ਹੈ, ਮੈਂ ਨਹੀਂ ਜਾਣਦਾ ਕ੍ਰਿਸ਼ਨ ਕੌਣ ਹੈ, ਮੈਨੂੰ ਇਹਨਾਂ ਨਾਲ ਕੋਈ ਮਤਲਬ ਨਹੀਂ ਹੈ। ਮੈਂ ਤੇ ਉਹਦੇ ਨਾਲ ਜੁੜਿਆ ਹਾਂ, ਤੈਥੋਂ ਹੀ ਬਲ ਰਾਮ ਲੈ, ਨਾਲ ਬਾਣਾ ਦਹਿ ਸਿਰ ਘਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ, ਕੰਸ ਕੇਸੀ ਪਕੜ ਗਰਾਇਆ। ਪਰਮਾਤਮਾ ਮੈਂ ਤੇ ਉਹਨੂੰ ਸਿਮਰਿਆ ਹੈ ਜਿਹਦੀ ਤਾਕਤ ਲੈ ਕੇ ਕ੍ਰਿਸ਼ਨ ਜੀ ਲੜੇ ਨੇ, ਜਿਹਦੀ ਤਾਕਤ ਲੈ ਕੇ ਰਾਮ ਜੀ ਲੜੇ ਨੇ। ਮੈਂ ਉਸ ਤਾਕਤ ਨਾਲ ਜੁੜਿਆ ਹਾਂ, ਨਾ ਕਿ ਇਹਨਾਂ ਦੇ ਨਾਲ। ਇਹ ਸਾਡੇ ਗੁਰੂ ਦਾ ਬਚਨ ਹੈ, ਪਰ ਅਸੀਂ ਆਪਣੀ ਸੰਗਤ ਨੂੰ ਇਹ ਦੱਸ ਹੀ ਨਹੀਂ ਸਕੇ। ਡਰ ਗਏ ਲੋਕ ਕੀ ਕਹਿਣਗੇ, ਮੈਂ ਝਮੇਲੇ ਵਿੱਚ ਕਿਉਂ ਪਵਾਂ। ਮੁੱਦਾ ਹੀ ਖਤਮ ਕਰ ਦਿਓ ਵੀ ਹੋਇਆ ਹੀ ਕੱਖ ਨਹੀਂ ਹੈ। ਹੋਇਆ ਕਿਉਂ ਨਹੀਂ ਹੈ? ਕੀਤਾ ਗਿਆ, ਪਰ ਮਹਾਰਾਜ ਵਿਖਾਉਣਾ ਚਾਹੁੰਦੇ ਸਨ ਘਰੇ ਬੈਠਿਆਂ ਮੰਤਰ ਪੜ੍ਹ ਕੇ ਕੁਝ ਨਹੀਂ ਜੇ ਮਿਲਦਾ। ਆਪ ਰਣ ਵਿੱਚ ਜਾਣਾ ਪੈਂਦਾ, ਜੰਗ ਵਿੱਚ ਆਪ ਜਾਣਾ ਪੈਂਦਾ। ਆਪਣੀ ਮਦਦ ਖੁਦ ਕਰੀਦੀ ਹੈ ਤਾਂ ਕੋਈ ਦੂਜਾ ਮਦਦ ਕਰਦਾ। ਇਹ ਸਾਨੂੰ ਸਮਝਾਉਣਾ ਹੈ ਮਹਾਰਾਜ ਨੇ। ਤਾਂ ਇਹ ਮਹਾਰਾਜ ਨੇ ਇੰਨੇ ਲੱਖ ਰੁਪਈਆ ਤਾਂ ਲਾਇਆ। ਮਹਾਰਾਜ ਕੋਈ ਕਮਲੇ ਨਹੀਂ ਵੀ ਉਹਨਾਂ ਨੇ ਐਵੇਂ ਆਖਿਆ ਵੀ ਲੈ ਤੂੰ ਲੈ ਜਾ ਜਿੰਨੇ ਪੈਸੇ ਤੈਨੂੰ ਚਾਹੀਦੇ ਨੇ, ਇੰਨੀ ਸਮੱਗਰੀ ਆਪਾਂ ਐਵੇਂ ਹੀ ਅੱਗ ਲਾ ਦਈਏ। ਨਹੀਂ, ਉਹਨਾਂ ਨੇ ਪੈਸੇ ਫਜ਼ੂਲ ਨਹੀਂ ਲਾਏ, ਸਾਨੂੰ ਵਿਖਾਉਣ ਵਾਸਤੇ ਵੀ ਆਹ ਕੁਝ ਹੁੰਦਾ ਦੁਨੀਆ ਦੇ ਵਿੱਚ। ਦੁਨੀਆ ਦੇ ਲੋਕ ਧਰਮ ਦੇ ਨਾਂ 'ਤੇ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਠੱਗੀ ਮਾਰ ਸਕਦਾ। ਉਹਨਾਂ ਨੇ ਲਿਖਿਆ, ਦੇਖਣ ਆਇਓ ਜਗਤ ਤਮਾਸ਼ਾ।
ਅਸੀਂ ਜਗਤ ਦਾ ਤਮਾਸ਼ਾ ਵੇਖਿਆ, ਉਹ ਤੁਹਾਨੂੰ ਵੀ ਦੱਸਣਾ ਚਾਹੁੰਦੇ ਹਾਂ, ਵਿਖਾਉਣਾ ਚਾਹੁੰਦੇ ਹਾਂ ਦੁਨੀਆ ਕਿਸ ਤਰ੍ਹਾਂ ਦੇ ਨਾਟਕ ਕਰਦੀ ਹੈ ਠੱਗਣ ਵਾਸਤੇ। ਅੱਖੀਂ ਤਾਂ ਮੀਟਹਿ ਨਾਗ ਪਕੜੈ ਠੱਗਣ ਕੋ ਸੰਸਾਰ। ਲੋਕ ਅੱਖਾਂ ਮੀਟ ਕੇ ਵੀ ਵਿਖਾਉਣਗੇ ਮੇਰੀ ਤੇ ਸਮਾਧੀ ਲੱਗੀ ਹੈ, ਆਪਣੇ ਹੱਥਾਂ ਨਾਲ ਨੱਕ ਵੀ ਬੰਦ ਕਰਕੇ ਵਿਖਾਉਣਗੇ, ਵੇਖੋ ਮੈਂ ਤੇ ਸਾਹ ਵੀ ਰੋਕ ਲਿਆ। ਪਰ ਇਹ ਸਭ ਕੁਝ ਕਾਹਦੇ ਵਾਸਤੇ ਹੈ? ਠੱਗਣ ਕੋ ਸੰਸਾਰ। ਦੁਨੀਆ ਨੂੰ ਠੱਗਣ ਵਾਸਤੇ ਪ੍ਰੋਪਗੈਂਡਾ ਹੋ ਰਿਹਾ ਹੈ। ਦੁਨੀਆ ਆਖੇ ਵੀ ਹਾਂ ਇਹ ਨੇਤਰ ਬੰਦ ਕਰਕੇ ਸਮਾਧੀ ਲਾ ਸਕਦਾ ਹੈ, ਇਹ ਨੱਕ ਬੰਦ ਕਰਕੇ ਸਾਹ ਰੋਕ ਸਕਦਾ ਹੈ, ਤੇ 10ਵੇਂ ਦੁਆਰ ਵਿੱਚ ਪਹੁੰਚਿਆ ਹੋਇਆ। ਆਂਟ ਸੇਤੀ ਨਾਗ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਇਹੋ ਪਦਮ ਅਲੋ। ਇੱਕ ਪੰਡਤ ਅੱਖਾਂ ਮੀਟ ਕੇ ਬੈਠਾ, ਕਹਿਣ ਲੱਗਾ ਮੇਰਾ ਧਿਆਨ ਲੱਗਾ ਹੋਇਆ, ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਤਿੰਨਾਂ ਲੋਕਾਂ ਵਿੱਚ ਕੀ ਹੁੰਦਾ ਪਿਆ ਮੈਨੂੰ ਪਤਾ। ਹੁਣ ਸਤਿਗੁਰੂ ਜਾਣਦੇ ਨੇ ਵੀ ਪਤਾ ਇਹਨੂੰ ਕੋਈ ਨਹੀਂ ਹੈ। ਮਹਾਰਾਜ ਨੇ ਸਿੱਖ ਨੂੰ ਇਸ਼ਾਰਾ ਕੀਤਾ, ਇਹਦੀ ਮੂਰਤੀ ਚੁੱਕ ਕੇ ਲੁਕਾ ਦਿਓ ਪਰੇ ਕਿਤੇ, ਤੇ ਕੱਪੜਾ ਪਾ ਦਿਓ। ਥੋੜ੍ਹੇ ਚਿਰ ਬਾਅਦ ਜਦੋਂ ਪੰਡਤ ਜੀ ਨੇ ਅੱਖਾਂ ਖੋਲੀਆਂ, ਵੇਖਿਆ ਮੂਰਤੀ ਨਹੀਂ ਹੈ, ਬੜੀ ਮਹਿੰਗੀ ਲੈ ਕੇ ਆਇਆ ਸੀ। ਲੱਭਣ ਲੱਗ ਪਿਆ, ਲੱਭਦਿਆਂ ਲੱਭਦਿਆਂ ਮਹਾਰਾਜ ਦੇ ਕੋਲ ਆ ਗਿਆ, ਕਹਿਣ ਲੱਗਾ ਜੀ ਤੁਸੀਂ ਸਾਹਮਣੇ ਬੈਠੇ ਹੋ, ਮੇਰੀ ਮੂਰਤੀ ਚੁੱਕ ਕੇ ਲੈ ਗਿਆ ਕੋਈ। ਮਹਾਰਾਜ ਹੱਸ ਪਏ, ਕਹਿਣ ਲੱਗੇ ਪੰਡਤ ਜੀ ਉਹ ਤਿੰਨਾਂ ਲੋਕਾਂ ਤੋਂ ਬਾਹਰ ਨਹੀਂ ਗਈ, ਤਿੰਨਾਂ ਲੋਕਾਂ ਦੇ ਵਿੱਚ ਹੀ ਹੈ, ਪਤਾਲ 'ਚ ਹੋਵੇਗੀ ਜਾਂ ਇੱਥੇ ਜਾਂ ਸਵਰਗਾਂ 'ਚ ਹੋਵੇਗੀ। ਤੁਹਾਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਮਾਰੋ ਨਿਗਾਹ ਨੇਤਰ ਬੰਦ ਕਰਕੇ ਹੁਣੇ ਹੀ ਤੁਹਾਨੂੰ ਪਤਾ ਲੱਗ ਜਾਣਾ ਵੀ ਕਿੱਥੇ ਪਈ ਹੈ। ਜਦੋਂ ਸਤਿਗੁਰਾਂ ਨੇ ਬਚਨ ਕੀਤਾ ਉਹ ਸਮਝ ਗਿਆ ਪੰਡਤ ਵੀ ਇਹਨਾਂ ਨੂੰ ਪਤਾ ਲੱਗ ਗਿਆ ਵੀ ਮੈਂ ਪਖੰਡ ਕਰਦਾ ਪਿਆ। ਫਿਰ ਦੱਸਿਆ ਬੋਲ ਕੇ, ਕਹਿਣ ਲੱਗਾ ਮਹਾਰਾਜ ਜੇ ਇੰਨੀ ਤਾਕਤ ਹੋਵੇ ਤੇ ਮੈਨੂੰ ਇੱਥੇ ਅੱਖਾਂ ਮੀਟ ਕੇ ਹੀ ਬਹਿਣਾ ਪਵੇ, ਮੈਂ ਤੇ ਘਰੇ ਬੈਠਾ ਹੀ ਸਭ ਕੁਝ ਕਰਾਂ। ਇਹ ਤੇ ਮੈਂ ਦੁਨੀਆ ਨੂੰ ਲੁੱਟਣ ਵਾਸਤੇ ਇੱਕ ਪਖੰਡ ਰਚਿਆ ਹੋਇਆ ਵੀ ਮੈਨੂੰ ਤਿੰਨਾਂ ਲੋਕਾਂ ਦਾ ਗਿਆਨ ਹੈ, ਪਰ ਮੈਨੂੰ ਪਤਾ ਨਹੀਂ ਮੇਰੀ ਮੂਰਤੀ ਕੌਣ ਚੁੱਕ ਕੇ ਲੈ ਗਿਆ। ਤੇ ਸਤਿਗੁਰੂ ਕਹਿਣ ਲੱਗੇ ਉਹ ਦੂਰ ਨਹੀਂ ਗਈ, ਨੇੜੇ ਹੀ ਹੈ, ਕੱਪੜਾ ਚੁੱਕਿਆ ਤੇ ਮੂਰਤੀ ਲੱਭ ਗਈ। ਮਹਾਰਾਜ ਨੇ ਉਹ ਬਚਨ ਵੀ ਲਿਖੇ, ਆਂਟ ਸੇਤੀ ਨਾਗ ਪਕੜੈ ਸੂਝ ਤੇ ਤਿੰਨ ਲੋ, ਮਗਰ ਪਾਛੈ ਕਛ ਨਾ ਸੂਝੈ ਇਹੋ ਪਦਮ ਅਲੋ। ਇਹ ਹੈ ਦੁਨੀਆ ਨੂੰ ਭੁਲੇਖਾ ਪਾਉਣ ਵਾਲੀ ਗੱਲ। ਪਤਾ ਕੱਖ ਨਹੀਂ ਹੈ, ਪਰ ਸਾਬਤ ਇਹ ਕਰਨਾ ਵੀ ਹਾਂ ਮੈਨੂੰ ਸਭ ਕੁਝ ਹੀ ਪਤਾ। ਕਈ ਵਾਰੀ ਕੀ ਹੁੰਦਾ ਵੀ ਸਾਨੂੰ ਆਪ ਨੂੰ ਪਤਾ ਨਹੀਂ ਹੁੰਦਾ, ਪਰ ਅਸੀਂ ਚਾਹੁੰਦੇ ਹਾਂ ਵੀ ਦੁਨੀਆ ਨੂੰ ਨਾ ਪਤਾ ਲੱਗੇ ਵੀ ਮੈਨੂੰ ਪਤਾ ਨਹੀਂ ਹੈ, ਦੁਨੀਆ ਨੂੰ ਇਹ ਪਤਾ ਲੱਗੇ ਵੀ ਮੈਨੂੰ ਪਤਾ ਹੈ। ਮੈਨੂੰ ਭਾਵੇਂ ਪਤਾ ਨਹੀਂ ਹੈ ਪਰ ਦੂਜੇ ਵੱਲ ਵੇਖ ਕੇ ਮੈਂ ਸਿੱਖ ਲਵਾਂਗਾ ਤੇ ਮੈਨੂੰ ਥੱਲੇ ਵੀ ਨਾ ਲੱਗਣਾ ਪਵੇ। ਵਿਦਵਾਨਾਂ ਨੇ ਇੱਕ ਕਹਾਣੀ ਸੁਣਾਈ ਹੈ, ਕਹਿਣ ਲੱਗੇ ਕਿਸੇ ਮਾਈ ਬੀਬੀ ਨੂੰ ਖੀਰ ਜਾਂ ਚੌਲ ਬਣਾਉਣੇ ਨਹੀਂ ਆਉਂਦੇ। ਉਹਨੇ ਕਿਸੇ ਨੂੰ ਜਾ ਕੇ ਪੁੱਛ ਲਿਆ ਵੀ ਖੀਰ ਚੌਲ ਕਿਵੇਂ ਬਣਾਈ ਦੇ। ਉਹ ਜਿਹੜੀ ਬਜ਼ੁਰਗ ਮਾਤਾ ਬੜੀ ਸਿਆਣੀ, ਉਹ ਦੱਸਣ ਲੱਗ ਪਈ ਵੀ ਪਤੀਲੇ ਵਿੱਚ ਇਸ ਤਰ੍ਹਾਂ ਚੌਲ ਪਾਈ ਦੇ, ਦੁੱਧ ਪਾਈ ਦਾ, ਖੰਡ ਪਾਈ ਦੀ ਹੈ, ਸਭ ਕੁਝ ਪਾਈ ਦਾ, ਦੱਸਦੀ ਗਈ। ਪਰ ਹੁਣ ਉਸ ਬੀਬੀ ਨੂੰ ਇਹ ਨਾ ਪਤਾ ਲੱਗੇ ਵੀ ਮੈਨੂੰ ਖੰਡ ਨਹੀਂ ਚੌਲ ਨਹੀਂ ਬਣਾਉਣੇ ਆਉਂਦੇ, ਉਹਨੂੰ ਪਤਾ ਵੀ ਨਾ ਲੱਗੇ, ਉਹਨੂੰ ਇਹ ਲੱਗੇ ਵੀ ਮੈਨੂੰ ਬਣਾਉਣੇ ਆਉਂਦੇ। ਜਦੋਂ ਬੀਬੀ ਦੱਸੇ ਨਾ ਵੀ ਦੁੱਧ ਪਾਈ ਦਾ, ਕਹਿਣ ਲੱਗੀ ਮੈਨੂੰ ਪਤਾ, ਚੌਲ ਪਾਈ ਦੇ, ਉਹ ਵੀ ਕਹਿਣ ਲੱਗੀ ਮੈਨੂੰ ਪਤਾ, ਉਹ 'ਚ ਮਿੱਠਾ ਪਾਈ ਦਾ, ਕਹਿਣ ਲੱਗੀ ਉਹ ਵੀ ਮੈਨੂੰ ਪਤਾ। ਉਹ ਬੀਬੀ ਬੜੀ ਸਿਆਣੀ ਸੀ, ਉਹ ਸਮਝ ਗਈ ਵੀ ਉਹਨੂੰ ਪਤਾ ਕੱਖ ਨਹੀਂ ਹੈ, ਪਰ ਇਹ ਆਪਣੇ ਆਪ ਨੂੰ ਥੱਲੇ ਵੀ ਨਹੀਂ ਲਾਉਣਾ ਚਾਹੁੰਦੀ ਵੀ ਇਹ ਨਾ ਪਤਾ ਲੱਗੇ ਵੀ ਪਤਾ ਕੱਖ ਨਹੀਂ ਹੈ। ਪੁੱਛਣਾ ਵੀ ਚਾਹੁੰਦੀ ਹੈ, ਪਰ ਇਹ ਨਾ ਹੋਵੇ ਵੀ ਮੈਨੂੰ ਪਤਾ ਨਹੀਂ ਹੈ। ਸਮਝ ਗਈ ਬੀਬੀ ਬੜੀ ਸਿਆਣੀ ਹੈ। ਕਹਿਣ ਲੱਗੀ ਵੀ ਜਦੋਂ ਬਣਾ ਕੇ ਸਭ ਕੁਝ ਥਾਲੀ 'ਚ ਪਾਵੇਂਗੀ ਨਾ, ਚਮਚਾ ਵਿੱਚ ਰੱਖੇਂਗੀ ਤੇ ਸਵਾਹ ਦੇ ਵਿੱਚੋਂ ਇੱਕ ਚੁੰਡੀ ਸਵਾਹ ਦੀ ਚੁੱਲ੍ਹੇ ਵਿੱਚੋਂ ਕੱਢ ਕੇ ਉੱਤੇ ਪਾਈ ਦੀ ਹੈ ਥਾਲੀ। ਇਹਨੇ ਬੜੀ ਛੇਤੀ ਦੇ ਨਾਲ ਆਖਿਆ, ਕਹਿਣ ਲੱਗੀ ਮੈਨੂੰ ਪਤਾ। ਕਹਿਣ ਲੱਗੀ ਜੇ ਪਤਾ ਤੇ ਫਿਰ ਬਣਾ ਕੇ ਖਵਾ। ਇਸੇ ਤਰ੍ਹਾਂ ਕੀਤਾ, ਉਹ ਬਣਾਇਆ ਗਿਆ, ਥਾਲੀ 'ਚ ਪਾਇਆ ਗਿਆ, ਚੁੱਲ੍ਹੇ ਵਿੱਚੋਂ ਸਵਾਹ ਕੱਢੀ ਤੇ ਉੱਤੇ ਧੂੜੀ ਗਈ। ਧੂੜ ਕੇ ਜਾ ਕੇ ਤੇ ਆਪਣੇ ਭਰਾ ਅੱਗੇ ਰੱਖੀ, ਕਹਿਣ ਲੱਗੀ ਲੈ ਵੀਰਾ ਤੇਰੇ ਵਾਸਤੇ ਖੀਰ ਬਣਾ ਕੇ ਲਿਆਈ। ਉਹਨੇ ਪੁੱਛਿਆ, ਕਹਿਣ ਲੱਗਾ ਵੀ ਭੈਣ ਉੱਤੇ ਸਵਾਹ ਕਿਉਂ ਪਾਈ ਹੈ? ਹੁਣ ਭੈਣ ਭਰਾ ਦਾ ਕਾਹਦਾ ਪੜਦਾ, ਦੱਸ ਦਿੱਤਾ ਸਭ ਕੁਝ। ਕਹਿਣ ਲੱਗੀ ਮੈਨੂੰ ਤੇ ਤੈਨੂੰ ਪਤਾ ਹੀ ਹੈ ਵੀ ਬਣਾਉਣਾ ਤੇ ਕੱਖ ਆਉਂਦਾ ਨਹੀਂ, ਮੈਂ ਗੁਆਂਢਣ ਨੂੰ ਪੁੱਛਿਆ ਸੀ, ਉਹਨੇ ਮੈਨੂੰ ਦੱਸਿਆ, ਜਿਵੇਂ ਜਿਵੇਂ ਉਹਨੇ ਦੱਸਿਆ ਮੈਂ ਉਵੇਂ ਮੈਂ ਕਰ ਦਿੱਤਾ। ਹੁਣ ਭਰਾ ਨੂੰ ਵੀ ਪਤਾ ਵੀ ਮੇਰੀ ਭੈਣ ਕਿੱਡੀ ਕੁ ਚਲਾਕੋ ਹੈ,
ਵੀ ਇਹ ਚਲਾਕ ਬਣਦੀ ਹੈ, ਪਤਾ ਇਹਨੂੰ ਕੱਖ ਹੈ ਨਹੀਂ। ਉਹ ਸਮਝ ਗਿਆ, ਕਹਿਣ ਲੱਗਾ ਠੀਕ ਹੈ, ਤੇਰੇ ਨਾਲ ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਭਾਵ ਇਹ ਹੈ, ਸਾਨੂੰ ਪਤਾ ਕਈ ਵਾਰੀ ਕੁਝ ਨਹੀਂ ਹੁੰਦਾ, ਪਰ ਅਸੀਂ ਦੁਨੀਆ ਨੂੰ ਇਹ ਵਿਖਾਉਣਾ ਵੀ ਮੈਨੂੰ ਪਤਾ ਸਾਰਾ ਹੀ ਹੈ, ਮੈਂ ਸਿੱਖ ਵੀ ਲਵਾਂ ਪਰ ਉਹਦੇ ਤੇ ਥੱਲੇ ਨਾ ਲੱਗਾ। ਇਹ ਹੁਣ ਪੰਡਤ ਵੀ ਇਸੇ ਤਰ੍ਹਾਂ ਕਰ ਰਿਹਾ। ਕਿਵੇਂ ਕਰੇਗਾ, ਕਿਵੇਂ ਭੱਜੇਗਾ, ਮਹਾਰਾਜ ਕਿਵੇਂ ਭੱਜਣ ਤੋਂ ਰੋਕਣਗੇ, ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫੀ, ਲੇਖਾ ਕਤਹਿ ਨ ਛੂਟੀ ਹੈ, ਬਖਸ਼ਨਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।